ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾਹ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਮਾਝ ਮਹਲਾ ਤੀਜਾ। ਸੱਚਾ ਸੇਵੀ ਸੱਚ ਸਾਲਾਹੀ, ਸੱਚੈ ਨਾਏ ਦੁਖ ਕਬਹੀ ਨਾਹੀ। ਸੱਚਾ ਸੇਵੀ ਸੱਚ ਸਾਲਾਹੀ, ਸੱਚੈ ਨਾਏ ਦੁਖ ਕਬਹੀ ਨਾਹੀ। ਸੁਖ ਦਾਤਾ ਸੇਵਨ ਸੁਖ ਪਾਇਨ, ਗੁਰਮਤਿ ਮਨ ਵਸਾਵਣਿਆ। ਹਉ ਵਾਰੀ ਜਿਉ ਵਾਰੀ, ਸੁਖ ਸਹਿਜ ਸਮਾਧ ਲਗਾਵਣਿਆ। ਜੋ ਹਰ ਸੇਵਹਿ ਸੇ ਸਦਾ ਸੋਹੈ, ਸੋਭਾ ਸੁਰਤ ਸੁਹਾਵਣਿਆ। ਰਹਾਉ ਸਭ ਕੋ ਤੇਰਾ ਭਗਤ ਕਹਾਏ, ਸੇਈ ਭਗਤ ਤੇਰੇ ਮਨ ਭਾਏ। ਸਚ ਬਾਣੀ ਤੁਧੈ ਸਲਾਹਣ, ਰੰਗ ਰਾਤੇ ਭਗਤ ਕਰਾਵਣਿਆ। ਸਭ ਕੋ ਸੱਚੇ ਹਰਿ ਜੀਉ ਤੇਰਾ, ਗੁਰਮੁਖ ਮਿਲੈ ਤਾਂ ਚੂਕੈ ਫੇਰਾ। ਜਾਂ ਤੁਧ ਭਾਵੈ ਤਾਂ ਨਾਹਿ ਰਚਾਵੈ, ਤੂੰ ਆਪੇ ਨਾਉ ਜਪਾਵਣਿਆ। ਗੁਰਮਤੀ ਹਰ ਮਨ ਵਸਾਇਆ, ਹਰਖ ਸੋਗ ਸਭ ਮੋਹ ਗਵਾਇਆ। ਇਕਸ ਸਿਉ ਲਿਵ ਲਾਗੀ ਸਦਹੀ, ਹਰ ਨਾਮ ਮਨ ਵਸਾਵਣਿਆ। ਇਕਸ ਸਿਉ ਲਿਵ ਲਾਗੀ ਸਦਹੀ, ਹਰ ਨਾਮ ਮਨ ਵਸਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਬਖਸ਼ਿਸ਼ ਅਸੀਂ ਸ਼ਾਮ ਸਮੇਂ ਸਤਸੰਗਤ ਮਾਣ ਰਹੇ ਹਾਂ। ਅਜੇ ਹੁਣੇ ਆਪ ਗੁਰਬਾਣੀ ਕੀਰਤਨ ਉਹਦਾ ਆਨੰਦ ਮਾਣ ਰਹੇ ਸੀ। ਹੁਣ ਸਮਾਂ ਗੁਰਬਾਣੀ ਵਿਆਖਿਆ ਦਾ ਹੈ। ਮਾਝ ਰਾਗ ਵਿੱਚ ਗੁਰੂ ਅਮਰਦਾਸ ਮਹਾਰਾਜ ਦੁਆਰਾ ਉਚਰਿਤ ਕੀਤਾ ਗਿਆ ਅਸ਼ਟਪਦੀਆਂ ਦਾ ਸ਼ਬਦ ਸਾਨੂੰ ਪ੍ਰਾਪਤ ਹੈ। ਸ਼ਬਦ ਦੀ ਵਿਵੇਚਨਾ ਬੀਤੇ ਕੱਲ ਪ੍ਰਾਰੰਭ ਕੀਤੀ ਸੀ। ਖਾਸ ਤੌਰ 'ਤੇ ਰਹਾਉ ਦਾ ਪਦਾ ਬੜੇ ਡਿਟੇਲਡ ਵੇ ਦੇ ਨਾਲ, ਬੜੇ ਵਿਸਥਾਰ ਦੇ ਵਿੱਚ ਵਿਚਾਰਿਆ ਸੀ। ਅੱਜ ਇੱਕ ਸਰਸਰੀ ਨਜ਼ਰ ਉਪਰੰਤ 1 ਨੰਬਰ ਬੰਦ ਤੋਂ ਵਿਚਾਰ ਅੱਗੇ ਤੋਰਾਂਗੇ। ਗੁਰਦੇਵ ਜ਼ਿਕਰ ਕਰ ਰਹੇ ਸੀ, ਹਉ ਵਾਰੀ ਜਿਉ ਵਾਰੀ, ਸੁਖ ਸਹਿਜ ਸਮਾਧ ਲਗਾਵਣਿਆ। ਸੁਖ ਸਹਿਜ ਸਮਾਧ ਲਗਾਵਣਿਆ ਮਨੁੱਖ ਹੈ। ਇਹਦੇ 'ਚ ਖਾਸ ਕਿਸਮ ਦੇ ਸੰਸਕਾਰ, ਜਿਹਨਾਂ ਨੂੰ ਅਸੀਂ ਟ੍ਰੇਟਸ ਕਹਿ ਦਿੰਦੇ ਹਾਂ, ਖਾਸ ਕਿਸਮ ਦੀ ਸਮਰੱਥਾ, ਐਬਿਲਿਟੀ, ਖਾਸ ਕਿਸਮ ਦਾ ਜੈਨੇਟਿਕ ਮੇਕਅਪ, ਜੋ ਵਿਰਾਸਤੀ ਰੰਗ ਸਾਡੇ ਖੂਨ ਤੇ ਸਾਡੇ ਰੇਸ਼ਿਆਂ ਦੇ ਨਾਲ ਆ ਰਿਹਾ ਹੈ। ਇਸ ਸਾਰੇ ਵਿੱਚ ਆ ਰਿਹਾ ਮਨੁੱਖ
ਭਾਵੇਂ ਆਪਣੀਆਂ ਆਦਤਾਂ ਤੋਂ, ਭਾਵੇਂ ਆਪਣੇ ਖਿਆਲਾਂ ਤੋਂ, ਭਾਵੇਂ ਆਪਣੇ ਜੀਵਨ ਵਿਹਾਰ ਤੋਂ ਬਹੁਤ ਤੰਗ, ਪਰੇਸ਼ਾਨ, ਦੁਖੀ ਵੀ ਹੋਏ, ਪਰ ਓਵਰਨਾਈਟ ਇਹਨੂੰ ਉਹ ਚੇਂਜ ਨਹੀਂ ਕਰ ਸਕਦਾ, ਨਾ ਟਰਾਂਸਫਰ ਕਰ ਸਕਦਾ ਹੈ। ਇਟ ਵਿਲ ਟੇਕ ਟਾਈਮ, ਇਟ ਨੀਡਸ a lot of effort, a lot of struggle, a lot of hard work, but in a natural pace, not some kind of ਜਿਹੜਾ ਹੈਗਾ ਬੜੇ hectic way ਦੇ ਨਾਲ ਤੇ ਬੜੇ eagerly someone can actually make this change. ਇਹਦੇ ਜਿਹੜਾ ਹੱਠ ਕਰਨਾ ਆ, ਹੱਠ ਯੋਗ ਹੋਣਾ ਆ, ਉਸ ਸਾਰੇ ਤੋਂ ਬਾਬਾ ਜੀ ਨੇ ਬਾਹਰ ਕੱਢਿਆ ਤੇ ਕਿਹਾ ਸੀਗਾ, ਕੁਦਰਤ ਦੇ ਹੁਕਮ ਨੂੰ ਸਮਝੋ, ਉਸ ਹੁਕਮ ਦੇ ਵਿੱਚ ਆਪਣੇ ਆਪ ਨੂੰ ਤੋਰੋ। ਸੋ ਸਮਾਧ ਲੱਗਣੀ, ਸਹਿਜ ਸਮਾਧ ਹੋ ਜਾਣਾ, ਬਿਲਕੁਲ ਇੱਕ ਲਿਵ ਇੱਕ ਟਿਕ ਆ ਜਾਣਾ ਅੰਦਰੋਂ, ਤੇ ਇੱਕ ਲਿਵ ਇੱਕ ਟਿਕ ਹੋ ਕੇ ਜੀਵਨ ਦੇ ਸਹੀ ਰਾਹ ਨੂੰ, ਜੈਸੀ ਮਰਜ਼ੀ ਹਾਲਾਤ ਸਿਚੁਏਸ਼ਨਸ ਹੋਣ, ਉਹਨਾਂ ਤੋਂ ਬਾਹਰ ਨਿਕਲ ਸਕਣਾ। ਸੋ ਉਸ ਸਾਰੇ ਦੇ ਬਾਬਤ ਗੁਰੂ ਬਾਬਾ ਜੀ ਨੇ ਬਿਆਨ ਕੀਤਾ ਕਿ ਮੈਂ ਉਹਨਾਂ ਤੋਂ ਕੁਰਬਾਨ ਜਾਨਾ ਹਾਂ ਜਿਹੜੇ ਸਹਿਜ ਸਮਾਧ ਲਗਾਵਣ ਆ, ਜਿਹੜੇ ਬੜੇ ਉਸ ਰੂਪ ਦੇ ਵਿੱਚ ਇੱਕ ਫਲੋ ਨੂੰ, ਨੇਚਰ ਦੇ ਫਲੋ ਨੂੰ ਫੋਲੋ ਕਰਦੇ ਹੋਏ ਉਸ ਅਸਲ ਸੱਚ ਦੀ ਸਮਾਧੀ ਨੂੰ ਪ੍ਰਾਪਤ ਕਰਦੇ ਨੇ। ਦੂਸਰੀ ਲਾਈਨ ਸੀ, ਜੋ ਹਰ ਸੇਵੈ ਸੇ ਸਦਾ ਸੋ ਹੈ ਸੋਭਾ ਸੁਰਤ ਸੁਹਾਵਣਿਆ। ਅੰਦਰ ਦੀ ਖੂਬਸੂਰਤੀ ਅਮਲਾਂ ਰਾਹੀਂ ਬਾਹਰ ਨਿਕਲਦੀ ਹੈ, ਤੇ ਜਦੋਂ ਅਮਲਾਂ ਰਾਹੀਂ ਬਾਹਰ ਨਿਕਲਦੀ ਹੈ ਤੇ ਉਸ ਚੀਜ਼ ਨੂੰ ਵਡਿਆਉਣਾ, ਸੋਭਨੀਕ ਕਹਿਣਾ, ਇਹ ਮਦਰ ਨੇਚਰ ਦਾ ਲਾ ਆ, ਕੋਈ ਬੰਦਾ ਅਵੋਇਡ ਨਹੀਂ ਕਰ ਸਕਦਾ। ਸੋ ਸੋਭਾ ਸ਼ੁਭ ਦੀ ਹੈ, ਗੁਣ ਦੀ ਹੈ, ਚੰਗਿਆਈ ਦੀ ਹੈ, ਤੇ ਉਹ ਸ਼ੋਭਾ ਜਿਹੜੀ ਸੁਰਤ ਚੰਗੇਰੀ ਹੈ, ਜਿਹਦੀ ਅੰਦਰ ਦੀ ਸੁਰਤੀ ਬਿਰਤੀ ਚੰਗੀ ਹੈ, ਉਹਨੂੰ ਮਿਲੇਗੀ। ਇਹ ਰਹਾਉ ਦਾ ਪਦਾ ਹੈ ਜੋ ਸ਼ੁਰੂਆਤੀ ਬੰਦ ਹੈ ਇਹਦੇ ਵਿੱਚ, ਸੱਚਾ ਸੇਵੀ ਸੱਚ ਸਾਲਾਹੀ, ਸੱਚੈ ਨਾਏ ਦੁੱਖ ਕਬਹੀ ਨਾਹੀ। ਸੱਚਾ ਸੇਵੀ ਸੱਚ ਸਾਲਾਹੀ, ਸੱਚ ਦੀ ਸੇਵਾ ਕਰਨੀ, ਸੱਚ ਦੀ ਸਲਾਹੁਤਾ ਕਰਨੀ। ਹੁਣ ਸੱਚ ਦੀ ਸੇਵਾ, ਸੱਚ ਦੀ ਸਲਾਹੁਤਾ, ਸੱਚ ਦੇ ਮੁਕਾਬਲੇ ਝੂਠ ਹੈ, ਸੱਚ ਦੇ ਮੁਕਾਬਲੇ ਬੰਦੇ ਦਾ ਮਤਲਬ ਪਾਖੰਡ ਆ, ਸੱਚ ਦੇ ਮੁਕਾਬਲੇ ਬੰਦੇ ਦਾ ਭਰਮ ਹੈ। ਤੇ ਸਾਰੇ ਨੂੰ ਗੁਰੂ ਗ੍ਰੰਥ ਸਾਹਿਬ ਵਾਰ-ਵਾਰ ਬਿਆਨ ਕਰਦਾ ਆ। ਹੁਣ ਆਪਾਂ ਕਿਸੇ ਭਰਮ ਵਿੱਚ ਆ, ਕਿਸੇ ਕਨਫਿਊਜ਼ਨ ਵਿੱਚ ਆ, ਕਿਸੇ ਆਪੂ ਬਣਾਈ ਧਾਰਨਾ ਦੇ ਵਿੱਚ ਆ, ਸੈਲਫ ਐਜ਼ੰਪਸ਼ਨ ਦੇ ਵਿੱਚ ਅਸੀਂ ਜੀ ਰਹੇ ਹਾਂ। ਉਹ ਇਹ ਹੈ ਕਿ ਜਿਵੇਂ ਸੰਸਾਰ ਆ, ਤੇ ਸੰਸਾਰ ਦੇ ਬਾਰੇ ਜਿਹੜੀ ਸਭ ਤੋਂ ਪਹਿਲੀ ਬਾਤ ਗੁਰਬਾਣੀ ਨੇ ਕਹੀ ਹੈ ਸਾਨੂੰ, ਉਹ ਹੈ ਵੀ ਜੇ ਤੂੰ ਇਨਸਾਨੀ ਜੀਵਨ ਨੂੰ ਸਮਝਣਾ ਹੈ ਤੇ ਇਸ ਕੁਦਰਤ ਵਿੱਚ ਸਹੀ ਤਰੀਕੇ ਨਾਲ ਜੀਣਾ ਹੈ, ਤੇ ਤੇਰੇ ਲਈ ਜ਼ਰੂਰੀ ਹੈ ਕਿ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡੇ ਆਸ। ਇਹਨੂੰ ਸਮਝ, ਇਹ ਵੱਡਾ ਸੱਚ ਹੈ, ਧਰਤੀ ਤੇ ਸਦਾ ਨਹੀਂ ਰਹਿਣਾ। ਸਾਹਿਬ ਨੇ ਕਿਹਾ ਪਹਿਲਾ ਸੱਚ ਇਹ ਮੰਨ, ਜਨਮੰ ਤਾਂ ਮਰਣੰ, ਜਨਮ ਹੋਇਆ ਏ, ਮਰਨ ਹੋਏਗਾ, ਇਹ ਸੱਚ ਹੈ। ਇਹਨੂੰ ਐਕਸੈਪਟ ਕਰ, ਐਕਸੈਪਟ ਇਹ ਕਰ ਪਹਿਲੇ ਲੈਵਲ ਤੇ ਕਿ ਅਲਟੀਮੇਟਲੀ ਇਹ ਜਿਹੜਾ ਸੰਸਾਰ ਹੈ ਪ੍ਰਾਹੁਣਿਆਂ ਦੀ ਤਰ੍ਹਾਂ ਆ। ਇੱਥੇ ਅਸੀਂ ਆਏ ਆ, ਧਰਮਸ਼ਾਲਾ ਆ, ਕੁਝ ਦਿਨ ਰਹਿਣਾ ਤੇ ਵਿਦਾ ਹੋ ਜਾਣਾ ਆ। ਹੁਣ ਜਦੋਂ ਇਹ ਸੱਚ ਪਹਿਲਾਂ ਮੰਨ ਲਿਆ, ਗੁਰੂ ਪਾਤਸ਼ਾਹ ਦੀ ਬਾਣੀ ਦਾ ਸ਼ਬਦ ਪੜ੍ਹਦੇ ਹੈਗੇ ਆ, ਭਗਤ ਰਵਿਦਾਸ ਜੀ ਦਾ, ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਜੋ ਅਸੀਂ ਸਮਝ ਕੇ ਬੈਠੇ ਹਾਂ ਉਹੋ ਜੀ ਜਦੋਂ ਦੁਨੀਆ ਨਾ ਹੋਏ। ਹੁਣ ਮੈਂ ਇਹ ਸਮਝ ਲਵਾਂ ਮੈਂ ਸਦਾ ਲਈ ਇੱਥੇ ਰਹਿਣਾ ਆ, everything is guaranteed, there is actually nothing gonna change, and ਇਹ ਸਭ ਚੀਜ਼ਾਂ ਦੇ ਵਿੱਚ ਮੈਂ ਇਸ ਕਿਸਮ ਦਾ ਬਲੀਵ ਲੈ ਆਵਾਂ। ਜਦੋਂ ਚੀਜ਼ਾਂ ਬਦਲਣਗੀਆਂ, ਜਦੋਂ ਆਲੇ ਦੁਆਲੇ ਚੇਂਜਸ ਹੈਪਨ ਹੋਣਗੇ, ਦੈਨ ਹੋਣਾ ਕੀ ਹੈ, ਮੈਂ ਦੁਖੀ ਹੋਵਾਂਗਾ, ਪਰੇਸ਼ਾਨ ਹੋਵਾਂਗਾ। ਗੁਰੂ ਬਾਬਾ ਜੀ ਨੇ ਜਿਹੜਾ ਬਚਨ ਕਿਹਾ ਨਾ, ਸਭ ਕਹਿੰਦੇ ਸੱਚਾ ਸੇਵੀ ਸੱਚ ਸਾਲਾਹੀ, ਸੱਚੈ ਨਾਏ ਦੁੱਖ ਕਬਹੀ ਨਾਹੀ। ਫਿਰ ਕਦੀ ਦੁੱਖ ਨਹੀਂ, ਫਿਰ ਅਹਿਸਾਸ ਹੈ ਵੀ ਹਾਂ ਇਹ ਚੀਜ਼ ਤੇ ਹੋਣੀ ਸੀਗੀ, ਇਹ ਚੀਜ਼ ਵਾਪਰਨੀ ਸੀ। ਅਸੀਂ ਸ਼ਬਦ ਪੜ੍ਹੀਏ, ਹਾਲਾਂਕਿ ਕਈ ਵਾਰ ਇਮੋਸ਼ਨਸ ਵਿੱਚ ਜੀਣ ਵਾਲਾ ਬੰਦਾ
ਬਹੁਤ ਜ਼ਿਆਦਾ ਇਸ ਸੰਸਾਰ ਨਾਲ ਇਤਨਾ ਅਟੈਚਡ ਹੋ ਜਾਂਦਾ ਆ ਕਿ ਮਾੜਾ ਜਿਹਾ ਵੀ ਚੇਂਜ ਉੱਤੋਂ ਬਰਦਾਸ਼ਤ ਨਹੀਂ ਹੁੰਦਾ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਸਾਨੂੰ ਸਮਝਾ ਰਹੇ ਨੇ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ। ਇਹ ਅੱਜ ਕੱਲ ਦੀ ਖੇਡ ਹੈ, ਬਾਕੀ ਉਪਜਣਾ ਨਾਲ ਬਿਨਸਣਾ ਪੱਕਾ ਆ, ਤੈਅ ਆ। ਇਸ ਸੱਚ ਨੂੰ ਅਹਿਸਾਸ ਕਰਨਾ। ਕਈ ਵਾਰ ਕੋਈ ਸੱਜਣੇ ਵੀ ਕਹਿ ਸਕਦਾ, ਭਾਈ ਸਾਹਿਬ ਬੜੀ ਨੈਗੇਟਿਵ ਜੀ ਗੱਲ ਨਹੀਂ ਹੈਗੀ, ਬੰਦਾ ਮੌਤ ਨੂੰ ਹੀ ਚੇਤੇ ਕਰੀ ਜਾਏ, ਮਰ ਜਾਣਾ ਇਹੀ ਖਿਆਲ ਰੱਖੀ ਜਾਏ। ਭਾਈ ਗੱਲ ਇਹ ਹੈ, ਅਗੇਨ ਤੁਹਾਡਾ ਪਰਸਪੈਕਟਿਵ ਕੀ ਇਹਦੇ ਬਾਰੇ। ਜੇ ਸੰਸਾਰ ਥੋੜ ਚਿਰ ਆਇਆ ਤੇ ਥੋੜ ਚਿਰੇ ਸੰਸਾਰ ਦੇ ਵਿੱਚੋਂ ਅਲਟੀਮੇਟਲੀ ਵਿਦਾਈ ਹੋਣਾ ਆ, ਤੇ ਫਿਰ ਉਹੋ ਜਿਹੇ ਕੰਮ ਕਰੋ ਜਿਹੜੇ ਕੰਮ ਇੱਥੇ ਤੁਹਾਡੇ ਜਾਣ ਤੋਂ ਬਾਅਦ ਵੀ ਯਾਦ ਰਹਿਣ, ਸੋਭਾ ਮਿਲੇ। ਤੁਸੀਂ ਹੋਵੋ ਨਾ ਹੋਵੋ, ਤੁਹਾਡਾ ਅਹਿਸਾਸ ਇਹ ਖਿਆਲ ਕਰੇ ਕਿ ਵਾਹ ਕਿਆ ਇਨਸਾਨ ਆਇਆ ਸੀਗਾ। ਇਹ ਬੜਾ ਆਈਡੀਅਲ ਥਾਟ ਆ ਬੰਦੇ ਦੇ ਜ਼ਿਹਨ ਦੇ ਵਿੱਚ। ਤੇ ਕਈ ਵਾਰ ਬੰਦਾ ਸੋਚਦਾ ਨਹੀਂ ਆਈਡੀਅਲ ਨੂੰ ਕੌਣ ਕੇਅਰ ਕਰਦਾ ਹੈ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ ਤੁਹਾਨੂੰ। ਆਪ ਨੂੰ ਪਤਾ ਹੋਏਗਾ, ਜਦੋਂ ਸਿਆਲੀ ਦਿਨ ਆਉਂਦੇ ਭਾਰਤੀ ਖਿੱਤੇ, ਖਾਸ ਕਰਕੇ ਨਾਰਦਰਨ ਇੰਡੀਆ ਵਾਲੇ ਪਾਸੇ ਧੁੰਦ ਵਗੈਰਾ ਬਹੁਤ ਫੈਲਦੀ, ਅਤੇ ਕਈ ਵਾਰੀ ਲੁੱਟਾਂ ਖੋਹਾਂ ਹੁੰਦੀਆਂ ਪਿੰਡਾਂ ਥਾਵਾਂ ਦੇ ਵਿੱਚ। ਅਤੇ ਕੁਝ ਇਸ ਕਿਸਮ ਦੇ ਗਰੋਹ ਕਾਲੇ ਕੱਪੜਿਆਂ ਵਾਲੇ ਅਤੇ ਇਸ ਕਿਸਮ ਦਿਆਂ ਦੀ ਗੱਲਾਂ ਹੁੰਦੀਆਂ ਵੀ ਉਹ ਪੈ ਗਏ, ਉਹਨਾਂ ਨੇ ਲੁੱਟ ਲਿਆ। ਇਸ ਸ਼ਾਇਦ ਤੁਸੀਂ ਇਹੋ ਜਿਹੀਆਂ ਰੂਮਰਸ ਵੀ ਹੁੰਦੇ ਕਈ ਵਾਰੀ, ਅਤੇ ਕਈ ਵਾਰੀ ਰਿਐਲਿਟੀ 'ਚ ਵੀ ਚੀਜ਼ਾਂ ਹੁੰਦੀਆਂ। ਕਾਫੀ ਸਾਲ ਪਹਿਲਾਂ ਦੀ ਗੱਲ ਹੈ, ਸਾਡੇ ਆਪਣੇ ਬਚਪਨ ਦੀ ਬਾਤ ਹੀ ਸੁਣਾ ਰਿਹਾ ਆਲਮੋਸਟ। ਅਤੇ ਉਹਦੇ 'ਚ ਹੁੰਦਾ ਇਹ ਕਿ ਸਾਡੇ ਨਾਲ ਦੇ ਪਿੰਡ ਦੇ ਵਿੱਚ ਰੌਲਾ ਪੈਂਦਾ, ਉਹ ਕਾਲੇ ਕੱਪੜਿਆਂ ਵਾਲੇ ਪੈ ਗਏ। ਇਸ ਤਰੀਕੇ ਦੇ ਨਾਲ ਲੋਕ ਡਰ ਜਾਂਦੇ, ਸਾਡੇ ਪਿੰਡ ਤੋਂ ਕੁਝ ਬੰਦੇ ਜਾਂਦੇ। ਮਤਲਬ ਦਿਨੇ ਹੀ ਹਨੇਰਾ ਪਿਆ ਅਤੇ ਸ਼ਾਮ ਪੈ ਰਹੀ ਹੈ, ਹਨੇਰਾ ਅਤੇ ਧੁੰਦ ਰਲ ਕੇ ਕੁਛ ਵੀ ਨਹੀਂ ਦਿਸਦਾ, ਹੱਥ ਪਸਾਰਿਆ ਨਹੀਂ ਦਿਸਦਾ। ਹਾਲਤ ਇਹ ਆ, ਬੰਦੇ ਨੂੰ ਆਪਣੇ ਆਪ ਡਰ ਲੱਗਣਾ, ਭੈ ਹੋਣਾ, ਇਹੋ ਜਿਹੀ ਹਾਲਤ ਬਣੀ ਸਾਰੀ। ਖੈਰ ਉਹ ਗਏ, ਪਤਾ ਕੀਤਾ, ਕੁਛ ਨਹੀਂ, ਕੁਝ ਐਵੇਂ ਰੂਮਰ ਸੀਗਾ, ਕੋਈ ਡਰ ਗਏ ਲੋਕ ਆਪਣੇ ਆਪ। ਇਹ ਸਾਰੀ ਬਾਤ ਹੋਈ। ਉਹ ਵਾਪਸ ਆ ਗਏ। ਜਦੋਂ ਵਾਪਸ ਆਏ, ਅਸੀਂ ਮਤਲਬ ਸਾਡੇ ਵਾਸਤੇ ਬੱਚਿਆਂ ਲਈ ਇੱਕ ਸ਼ੁਗਲ ਮੇਲਾ ਹੁੰਦਾ ਵੀ ਰਾਤ ਪਈ ਹੈ, ਰੌਲਾ ਪੈ ਰਿਹਾ, ਅਸੀਂ ਸਾਰੇ ਚੌਂਕ 'ਚ ਇਕੱਠੇ ਹੋਏ ਹਾਂ ਬੱਚੇ। ਅਤੇ ਜਿਹੜੇ ਸੱਜਣ ਗਏ ਸੀਗੇ, ਉਹ 3-4 ਜਣੇ ਇਕੱਠੇ ਵਾਪਸ ਆਏ ਨੇ। ਜਦੋਂ ਵਾਪਸ ਆਏ ਤਾਂ ਉਹ ਕਹਿੰਦੇ ਉਹ ਕੁਛ ਨਹੀਂ, ਐਵੇਂ ਰੌਲਾ ਹੀ ਪੈ ਰਿਹਾ ਸੀਗਾ, ਐਸਾ ਕੁਛ ਨਹੀਂ ਹੈਗਾ। ਅਤੇ ਉੱਥੇ ਇੱਕ ਯੰਗ ਬੱਚਾ ਖੜਾ ਹੈ, ਟੀਨੇਜਰ ਹੋਣਾ ਆ, ਅਤੇ ਉਹ ਕਿਤੇ ਗੱਲ ਕਰਦਾ ਹੋਇਆ ਕਹਿੰਦਾ ਯੂ ਨੋ, ਮੈਂ ਤਾਂ ਸੋਚਦਾ ਇਹ ਬੜਾ ਵਧੀਆ ਮੌਕਾ ਆ, ਬਲਕਿ ਇੱਕ ਛੋਟਾ ਜਿਹਾ ਗਰੋਹ ਬਣਾਈਏ ਅਤੇ ਆਪ 2-4 ਲੁੱਟਾਂ ਖੋਹਾਂ ਕਰ ਦਈਏ, ਮਾਲ ਤਾਲ ਕੇ ਤੋਂ ਕਿਸੇ ਵੱਡੇ ਸ਼ਾਹੂਕਾਰ ਲੁੱਟ ਲਈਏ ਫਲਾਣੇ, ਜਿਵੇਂ ਆਮ ਬੰਦੇ ਦਾ ਇੱਕ ਹੁੰਦਾ ਹੈ ਕਰਨਾ, ਨਹੀਂ ਜਸਟ ਇੱਕ ਉਸ ਰੂਪ ਵਿੱਚ ਬਾਤ ਆ ਰਹੀ, ਉਹ ਇਸ ਕਿਸਮ ਦੀ ਗੱਲ ਕਰਦਾ। ਜਦੋਂ ਐਵੇਂ ਦੀ ਬਾਤ ਕਰਦਾ ਹੈ, ਤੇ ਜਿਹੜਾ ਬਜ਼ੁਰਗ ਹੈ ਉਹ ਸੁਣਦਾ ਉਹਨੂੰ ਧਿਆਨ ਦੇ ਨਾਲ, ਤੇ ਦੂਜੇ ਹੱਸਦੇ ਨੇ ਵੀ ਹਾਂ ਬੜੀ ਵਧੀਆ ਗੱਲ ਆ। ਉਹ ਕਹਿੰਦੇ ਨੇ ਵਧੀਆ ਨਹੀਂ ਗੇ। ਉਹ ਕਹਿੰਦਾ ਵੀ ਬੇਟਾ, ਡੂ ਯੂ ਰੀਅਲੀ ਵਾਂਟ ਟੂ ਡੂ ਇਟ? ਕਹਿੰਦਾ ਬਸ ਮੈਂ ਕਿਹਾ ਆ, ਜੇ ਮੌਕਾ ਬਣੇ ਤਾਂ ਕਰ ਵੀ ਲੈਣਾ ਚਾਹੀਦਾ। ਕਹਿੰਦਾ ਠੀਕ ਹੈ, ਆਪਾਂ ਕਰਦੇ, ਮੈਂ ਨਾਲ ਚੱਲਦਾ ਤੁਹਾਡੇ। ਆਪਾਂ ਕਿੱਥੋਂ ਸ਼ੁਰੂ ਕਰਾਂਗੇ? ਉਹ ਕਹਿੰਦਾ ਕਿਤੋਂ ਵੀ, ਨਾਲ ਦੇ ਪਿੰਡ ਤੋਂ ਹੀ ਕਰ ਸਕਦੇ। ਕਹਿੰਦੇ ਨਾਲ ਦੇ ਪਿੰਡ ਤੇ ਕਿਉਂ? ਪਹਿਲਾਂ ਤੁਹਾਡੇ ਘਰ ਕਰਦੇ ਆ, ਇੱਥੋਂ ਸ਼ੁਰੂ ਕਰਦੇ ਆ। ਰਾਤ ਨੂੰ ਤੁਹਾਡੇ ਘਰ ਦੇ ਜਿਹੜੇ ਸੁੱਤੇ ਪਏ ਨੇ ਉਹਨਾਂ ਨੂੰ ਜਾ ਕੇ 2-4 ਨੂੰ ਵੱਢਦੇ ਆ, ਘਰ ਦਾ ਸਮਾਨ ਲੁੱਟਦੇ ਆ, ਕੁਛ ਇੱਥੋਂ ਸ਼ੁਰੂ ਕਰਦੇ ਆ। ਉਹ ਕਹਿੰਦਾ ਮੈਂ ਆਪਣੇ ਘਰ ਥੋੜ੍ਹਾ ਕਰਾਂਗਾ। ਕਹਿੰਦਾ ਕਿਉਂ? ਕਹਿੰਦੇ ਲੈ, ਮੇਰੇ ਘਰ ਦੇ ਮਾਰਨੇ ਨੇ, ਸਮਾਨ ਲੁੱਟਣਾ। ਕਹਿੰਦਾ ਪੇਨ ਹੁੰਦੀ ਹੈ? ਕਹਿੰਦਾ ਹੁੰਦੀ ਹੈ। ਆਪਣੇ ਘਰ ਕਿਵੇਂ? ਕਹਿੰਦਾ ਐਵੇਂ ਹੀ ਸਾਰਿਆਂ ਨੂੰ ਹੁੰਦੀ ਹੈ। ਜਦੋਂ ਕਿਸੇ ਹੋਰ ਦੇ ਨੁਕਸਾਨ ਬਾਰੇ ਸੋਚਦਾ ਹੈ, ਕਦੀ ਉਹਦੀ ਜਗ੍ਹਾ ਤੇ ਖੜਾ ਹੋ ਕੇ ਦੇਖ, ਉਹਦੇ ਵੀ ਮਾਂ-ਬਾਪ ਹੋਣਗੇ, ਉਹਦੇ ਵੀ ਭੈਣ ਭਰਾ ਹੋਣਗੇ, ਉਹਦਾ ਵੀ ਮੁਸ਼ੱਕਤ ਨਾਲ ਜੋੜਿਆ ਸਾਜੋ ਸਮਾਨ ਹੋਏਗਾ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ, ਇਹ ਸੰਸਾਰ ਜਿਹੜਾ ਹੈ ਨਾ, ਇਹਦੇ ਵਿੱਚ ਜਿਹੜੀ ਬੇਭਰੋਸਗੀ ਹੈ, ਬੇਈਮਾਨੀ ਹੈ, ਠੱਗੀ ਹੈ, ਚੀਟਿੰਗ ਹੈ, ਇਹ ਸਭ ਚੀਜ਼ਾਂ ਬੰਦਾ ਉਦੋਂ ਹੀ ਕਰ ਰਿਹਾ ਜਦੋਂ ਸੋਚ ਰਿਹਾ ਵੀ ਇਹ ਕੋਈ ਨਾ ਕਿਸੇ ਹੋਰ ਨਾਲ ਵਾਪਰਨਾ, ਮੈਂ ਤੇ ਲੁੱਟ ਲੱਟ ਕੇ ਲਾਮੇ ਹੋ ਜਾਣ। ਉਹਨਾਂ ਨੂੰ ਪਤਾ ਕੱਲ ਨੂੰ ਤੇਰੇ ਨਾਲ ਵੀ ਵਾਪਰਨਾ, ਇਹ ਕੱਲ ਨੂੰ ਤੇਰੇ ਤੱਕ ਵੀ ਆਉਣੀ ਹੈ। ਇਹਨੂੰ ਮਹਾਰਾਜ ਦੀ ਬਾਣੀ ਨੇ ਕਿਹਾ ਵੀ ਕਬੀਰ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਣ। ਜਿਹੜਾ ਗਵਾਂਢੀ ਘਰ ਵਾਪਰਿਆ ਉੱਥੇ ਨਾ ਵਾਪਰਿਆ ਦੇਖ, ਇਹ ਤੇਰੇ ਘਰ ਵਾਪਰੇਗਾ, ਤੇ ਤੇਰੇ ਘਰ ਤੇਰੇ ਨਾਲ ਵਾਪਰੇਗਾ। ਜਿਹੜੀ ਮੌਤ ਦੀ ਖੇਡ ਹੈ, ਆਖਰਕਾਰ ਇਹ ਤੇ ਸਾਰਿਆਂ ਨਾਲ ਵਾਪਰਨੀ ਹੈ। ਬੰਦਾ ਇਹਦੇ ਬਾਰੇ ਅਵੇਅਰ ਹੋਏ। ਬਾਣੀ ਇਹ ਕਹਿ ਰਹੀ ਹੈ। ਅੱਜ ਸਾਨੂੰ ਪੋਸਟ ਮਾਡਰਨ ਪੀਰੀਅਡ ਦਾ ਲਿਟਰੇਚਰ ਇੱਥੇ ਜਿਹੜਾ ਪੜ੍ਹਾਇਆ ਜਾ ਰਿਹਾ, ਉਹ ਇਹ ਬਿਆਨ ਕਰ ਰਿਹਾ ਹੈ। ਸੋਸ਼ੀਓਲੋਜੀ ਦੇ ਵਿੱਚ, ਸਾਈਕੋਲੋਜੀ ਦੇ ਵਿੱਚ ਇਹ ਸਮਝਾਇਆ ਜਾ ਰਿਹਾ, ਸੋਸ਼ਲ ਸਟਰਕਚਰ ਨੂੰ ਜੇ ਤੁਸੀਂ ਕਿਸੇ ਲੈਵਲ ਤੱਕ ਲੈ ਕੇ ਜਾਣਾ ਹੈ ਤੇ
ਮਤਲਬ ਇਹ ਕੋਈ ਜੋਕ ਨਹੀਂ ਹੈਗਾ ਕਿ ਕੈਨੇਡਾ ਵਰਗੇ ਮੁਲਕ ਦੇ ਵਿੱਚ ਡਾਟਾ ਕੱਢਦੇ ਆ ਤੇ ਪਤਾ ਲੱਗਦਾ ਆ 20% ਪਾਪੂਲੇਸ਼ਨ ਮੈਂਟਲੀ ਅਨਫਿਟ ਆ। ਹਰ ਇੱਕ ਪੰਜਵਾਂ ਬੰਦਾ ਮੈਂਟਲ ਹੈਲਥ ਦੀ ਜਿਹੜੀ ਹੈਗੀ ਪ੍ਰੋਬਲਮ ਨਾਲ ਜੂਝ ਰਿਹਾ। ਮੇਨ ਆਲਮੋਸਟ ਈਚ ਹਾਊਸ ਹੋਲਡ ਹੈਵ ਐਟ ਲੀਸਟ 1 person which is mentally actually not stable। ਇਹ ਕੋਈ ਛੋਟੀ ਗੱਲ ਥੋੜਾ ਹੈ। ਪਰ ਇਹਦੇ ਵਿੱਚ ਜੇ ਤੁਸੀਂ ਸਹੀ ਲੈਵਲ ਤੇ ਦੇਖੋਗੇ ਤੇ ਇੱਕ ਵੱਡਾ ਹਿੱਸਾ ਇਸ ਗੱਲ ਦਾ ਆ, ਜਦੋਂ ਹਾਲਾਤ ਬਦਲਦੇ, ਸਿਚੁਏਸ਼ਨ ਬਦਲਦੀ, ਤੇ ਖਾਸ ਕਰਕੇ ਜਿੱਥੇ ਕਿਤੇ ਵੈਨ ਐਵਰ ਡੈਥ ਇਜ਼ ਹੈਪਨਿੰਗ, ਪੀਪਲ ਆਰ ਨੋਟ ਏਬਲ ਟੂ go through proper grieving process, they totally get lost। ਉਹਦੇ ਚ ਹੁੰਦਾ ਇਹ ਹੈ ਕਿ ਲੋਕੀ ਉਸ ਸਾਰੀ ਸਿਚੁਏਸ਼ਨ ਦੇ ਵਿੱਚ, ਜਿਹਨੂੰ ਅੱਜ ਕੱਲ੍ਹ PTSD ਨਾਂ ਦੇ ਦਿੱਤੇ ਗਏ, ਵੀ ਤੇ ਜੀ ਪੋਸਟ ਟਰਾਮੈਟਿਕ ਡਿਸਆਰਡਰ ਆ ਗਿਆ। ਘਟਨਾ ਤੇ ਵਾਪਰੀ ਸੀ 6 ਮਹੀਨੇ ਪਹਿਲਾਂ, ਪਰ ਬੰਦੇ ਦੀ ਸੁਰਤ ਕੈਰੀ ਕਰ ਰਹੀ ਹੈ ਨਾਲ। ਫਿਰ ਇਹਦੇ ਨਾਲ ਇਹੋ ਜਿਹੇ ਬੜੇ ਕੇਸ ਨੇ ਜਿਨ੍ਹਾਂ 'ਚ ਸਕਿਜ਼ੋਫਰੈਨਿਕ ਹੋਣੇ ਸ਼ੁਰੂ ਹੋ ਜਾਂਦੇ ਨੇ, ਲੋਕਾਂ ਨੂੰ ਪੈਰਾਨੋਇਡਸ ਹੁੰਦੇ ਨੇ, ਇਹੋ ਜਿਹੇ ਗੁਜ਼ਰਿਆਂ ਦੇ ਇਹੋ ਜਿਹੇ ਹਾਲਾਤ ਦਿਨ ਪ੍ਰਤੀ ਦਿਨ। ਜੇ ਬੰਦਾ ਇਸ ਨੂੰ ਸਹੀ ਰੂਪ ਵਿੱਚ ਸਮਝੇ ਕਿ ਅਲਟੀਮੇਟਲੀ ਇਹ ਸੱਚ ਕੀ ਹੈ, ਸੱਚ ਇਹ ਹੈ ਸੰਸਾਰ ਦੇ ਵਿੱਚ ਇਹ ਜਿਹੜੀ ਲਾਈਫ ਆ ਇੱਕ ਹੁਕਮ ਦੇ ਵਿੱਚ ਅਕਮੂਲੇਟ ਹੁੰਦੀ ਹੈ, ਉਹਦੀ ਇਸ ਤਰੀਕੇ ਦੇ ਨਾਲ ਆਮਦ ਹੁੰਦੀ ਹੈ, ਤੇ ਜਿਹੜੀ ਉਹ ਇਸ ਕਿਸਮ ਦੇ ਨਾਲ ਉਹ ਲਾਈਫ ਜਿਹੜੀ ਆਮਦ ਲੈਂਦੀ ਹੈ, ਇਹ ਪੋਸੀਬਿਲਿਟੀ ਨਾਲ ਹੀ ਲੈ ਕੇ ਆਉਂਦੀ ਕਿ ਇੱਕ ਦਿਨ ਇਸ ਸ਼ੇਪ ਵਿੱਚ ਨਹੀਂ ਰਹੇਗੀ। ਇਹ ਸੱਚ ਹੈ। ਇਸ ਸੱਚ ਦਾ ਅਹਿਸਾਸ ਕਰਦੇ ਹਾਂ ਜਿੰਨੀ ਦੇਰ ਤੱਕ ਉਹ ਲਾਈਫ, ਉਹ ਜਿਹੜੇ 5 ਐਲੀਮੈਂਟਸ ਨੇ, ਦੇ ਆਰ ਪਲੇਇੰਗ ਰੋਲ ਐਜ਼ ਏ ਲਾਈਫ, ਉਹਨਾਂ ਦਾ ਰੋਲ ਚੰਗਾ ਹੋਇਆ ਆਪਣੇ ਲਈ ਵੀ ਤੇ ਦੂਜਿਆਂ ਲਈ ਵੀ। ਇਹ ਧਰਮ ਹੈ। ਇਸ ਸੱਚ ਦਾ ਅਹਿਸਾਸ ਕਰਕੇ ਜਿਹੜਾ ਬੰਦਾ ਇਸ ਥਾਟ ਨਾਲ ਅਲਾਈਨ ਹੋ ਗਿਆ, ਉਹ ਸਮਾਧੀਨ ਹੋ ਗਿਆ, ਸਮਾਧੀ ਆਸੀਨ ਹੋ ਗਿਆ, ਉਹਦੀ ਸਮਾਧੀ ਲੱਗ ਗਈ। ਉਹ ਭਾਵੇਂ ਜਾਗਦਾ ਹੈ, ਸੁੱਤਾ ਹੈ, ਤੁਰਦਾ ਹੈ, ਖਾਂਦਾ ਹੈ, ਜਿਹਨੂੰ ਭਾਈ ਗੁਰਦਾਸ ਜੀ ਨੇ ਕਿਹਾ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਉਹਨਾਂ ਨੇ ਉਦਾਸੀਆਂ ਦੇ ਲਿਬਾਸ ਨਹੀਂ ਪਾਏ। ਦੇ ਆਰ ਨੋਟ ਪ੍ਰਟੈਂਡਿੰਗ ਲਾਈਕ ਏ ਮੌਂਕ। ਇਨ ਟੂਡੇਜ਼ ਵਰਲਡ ਸਮ ਸਕਾਲਰਸ ਆਰ ਰਾਈਟਿੰਗ ਬੁੱਕ ਥਿੰਕ ਲਾਈਕ ਏ ਮੌਂਕ। ਗੁਰਬਾਣੀ ਨੇ ਕੀ ਕਿਹਾ? ਗੁਰਬਾਣੀ ਨੇ ਸਿਖਾਇਆ ਥਿੰਕ ਲਾਈਕ ਏ ਮੌਂਕ। ਉਦਾਸੀ ਕਿਵੇਂ ਹੋਣਾ ਹੈ? ਮਾਇਆ ਅੰਦਰ ਕਰਨ ਉਦਾਸੀ। ਫਿਰ ਕਿਹਾ ਕਿ ਸਾਧ ਸੰਗ ਗੁਰ ਗੁਫੈ ਬਹਿ ਸਹਿਜ ਸਮਾਧ ਅਗਾਧ ਨਿਵਾਸੀ। ਸਤਸੰਗਤ ਵਰਗੀ ਗੁਫਾ, ਉਹ ਕਿਸੇ ਕੰਦਰ ਨੂੰ ਨਹੀਂ ਲੱਭਦੇ। ਅੱਜ ਤੇ ਆਈਸੋਲੇਸ਼ਨ ਦੇ ਉੱਤੇ ਲੋਕ ਕਹਿੰਦੇ ਨੋ ਆਈਸੋਲੇਸ਼ਨ ਇਜ਼ ਵੈਰੀ ਹਾਰਡ ਥਿੰਗ ਭਾਈ ਸਾਹਿਬ, ਆਈ ਕੈਨ ਨੋਟ ਆਈਸੋਲੇਟ ਮਾਈ ਸੈਲਫ। ਪਰ ਲੋਕੀ ਧਾਰਮਿਕ ਤੌਰ ਤੇ ਦੂਜਿਆਂ ਤੋਂ ਆਈਸੋਲੇਟ ਹੋ ਕੇ ਇਕੱਲੇ ਇਕਾਂਤਵਾਸ ਬੈਠ ਕੇ ਭਜਨ ਕਰਨ ਦੀ ਗੱਲਾਂ ਕਰਦੇ। ਸਾਰਾ ਕੁਛ ਪਤਾ ਲੱਗਦਾ ਤੇ ਪਨਿਸ਼ਮੈਂਟ ਆ, ਸਜ਼ਾ ਆ। ਇਹ ਕਾਦੀ ਸਮਾਧੀ ਹੈ? ਸਮਾਧੀ ਤੇ ਉਹ ਹੈ ਜਿਹੜੀ ਸਾਰਿਆਂ ਦੇ ਵਿੱਚ ਲੱਗੇ, ਸਾਰਿਆਂ ਨੂੰ ਨਾਲ ਲੈ ਕੇ ਲੱਗੇ। ਇਹ ਹੈ ਸਾਧ ਸੰਗ ਗੁਰ ਗੁਫਾ ਬਹਿ। ਜਿੱਥੇ ਤੁਸੀਂ ਬੈਠੇ ਗੁਰੂ ਕੀ ਗੁਫਾ ਆ। ਇਹ ਗੁਫਾ ਲੁਕੀ ਨਹੀਂ, ਇੱਥੇ ਬੈਠ ਕੇ ਸਹਿਜ ਸਮਾਧ। ਸਮਾਧ ਵੀ ਉਹ ਨਹੀਂ ਜਿਹੜੀ ਧੱਕੇ ਨਾਲ ਲਾਣੀ ਹੈ। ਇੱਥੇ ਰਾਗੀ ਵੀਰ ਕੀਰਤਨ ਗਾਉਂਦੇ ਨੇ, ਕਮਾਲ ਦਾ ਤਬਲਾ ਵੱਜਦਾ ਹੈ, ਸਾਜ਼ ਵੱਜਦੇ ਨੇ, ਵੱਖਰੀਆਂ ਵੱਖਰੀਆਂ ਧੁਨਾਂ, ਵੱਖਰੇ ਵੱਖਰੀਆਂ ਰੀਤਾਂ, ਰਾਗ ਗਾਉਂਦੇ ਨੇ। ਸੁਰਤ ਉਹਨਾਂ ਸੰਗੀਤ ਦੇ ਜਿਹੜਾ ਹੈਗਾ ਉਹਨਾਂ ਮੁਹਾਜ ਵਿੱਚ ਜਾਂਦੀ ਹੈ। ਜਦੋਂ ਉਸ ਲੈਵਲ ਤੇ ਜਾਂਦੀ ਫਿਰ ਅੰਦਰ ਉਹਨੂੰ ਸ਼ਬਦ ਮਿਲਦਾ ਹੈ, ਉਹਨੂੰ ਕਿਤੇ ਉਹਦੀ ਪਕੜ ਹੁੰਦੀ ਹੈ, ਆਪਣੇ ਆਪ ਚੀਜ਼ ਅੰਦਰ ਸਮਝ ਆਉਣੀ ਸ਼ੁਰੂ ਬਣਦੀ ਹੈ, ਕਿਤੇ ਰਸ ਆਉਂਦਾ ਹੈ। ਫਿਰ ਦੇਖੋ ਧਿਆਨ ਦੇ ਨਾਲ, ਅੱਜ ਕੱਲ੍ਹ ਕਈ ਵਾਰ ਤੁਸੀਂ ਦੇਖਦੇ ਹੋ ਬਹੁਤ ਸਾਰੀਆਂ ਚੀਜ਼ਾਂ ਇਸ ਤਰੀਕੇ ਨਾਲ ਸਮਝਾਈਆਂ ਜਾਂਦੀਆਂ ਨੇ। ਜਿਹੜੀ ਚੀਜ਼ ਜੀਭ ਨੂੰ ਸਵਾਦ ਨਹੀਂ ਲੱਗਦੀ, ਗਲੇ ਨੂੰ ਸਵਾਦ ਨਹੀਂ ਲੱਗਦੀ, ਪੇਟ ਲਈ ਜਿੰਨੀ ਮਰਜ਼ੀ ਵਧੀਆ ਹੋਏ, ਬਾਡੀ ਲਈ ਜਿੰਨੀ ਮਰਜ਼ੀ ਵਧੀਆ ਹੋਏ, ਤੁਸੀਂ ਲੰਬਾ ਸਮਾਂ ਖਾ ਨਹੀਂ ਸਕੋਗੇ। ਕਿਉਂਕਿ ਐਂਡ ਆਫ ਦਾ ਡੇ ਯੂ ਹੈਵ ਟੂ ਚੂ ਇਟ, ਯੂ ਹੈਵ ਟੂ ਈਟ ਇਟ। ਜੇ ਉਹਨੂੰ ਮੂੰਹ ਹੀ ਖਾਣ ਨੂੰ ਨਹੀਂ ਕਰਦਾ, ਸਾਹਮਣੇ ਦੇਖ ਕੇ ਅੱਖਾਂ ਕਹਿੰਦੀਆਂ ਨੇ ਵੀ ਨੋ ਇਹ ਝੂਠ ਹੀ ਹੋ ਜਾਏ, ਆਈ ਡੋਂਟ ਵਾਂਟ ਟੂ ਐਕਚੁਅਲੀ ਇਨਟੇਕ ਇਟ ਐਟ ਆਲ। ਨੋ ਹਾਊ ਕਮ? ਇਟਸ ਬਿਟਰ, ਇਟਸ ਟੇਸਟਲੈਸ। ਪਹਿਲੇ ਲੈਵਲ ਤੇ ਉਹਨੂੰ ਥੋੜਾ ਬਹੁਤੇ ਸਵਾਦ ਬਣਾਉਣਾ ਪਏਗਾ। ਜਿਹੜਾ ਜੀਭ ਨੂੰ ਸਵਾਦ ਲੱਗੇਗਾ, ਗਰਾਸ ਤੋਂ ਥੱਲੇ ਜਾਏਗਾ, ਉਹ ਜੇ ਪੇਟ ਲਈ ਵੀ ਚੰਗਾ ਆ, ਸਰੀਰ ਲਈ ਵੀ ਚੰਗਾ ਆ, ਸੋਨੇ ਤੇ ਸੁਹਾਗਾ ਆ। ਇਹ ਗੱਲ ਬਣ ਜਾਏਗੀ। ਕੰਨ ਰਸ ਹੀ ਮਨ ਰਸ ਬਣੇ। ਇਹ ਹੈ ਸਹਿਜ ਸਮਾਧ, ਇਹ ਹੈ
ਸਾਧ ਸੰਗਤ ਗੁਰ ਗੁਫੈ ਬੈ ਸਹਿਜ ਸਮਾਧ ਅਗਾਧ ਨਿਵਾਸੀ। ਇਹ ਹੈ ਉਸ ਲੈਵਲ ਤੇ ਜਾਣਾ, ਇਹੋ ਜੀ ਸੰਗਤ। ਇੱਥੇ ਇਕਾਂਤਵਾਸ ਨਹੀਂ ਹੁੰਦਾ, ਕਹੇਗਾ ਬੜਾ ਔਖਾ ਹੈ ਭਾਈ ਆਈਸੋਲੇਟ ਹੋਣਾ, ਐਵੇਂ ਬੈਠਣਾ। ਭਾਈ ਸੰਗਤ ਤੇ ਚਾਓ, 4 ਜੀ ਹੋਰ ਬੈਠੇ ਨੇ, ਪ੍ਰੇਰਨਾ ਮਿਲਦੀ ਹੈ ਸਾਡੇ ਮਨ ਮੰਡਲ ਨੂੰ। ਜਿਵੇਂ ਸਾਈਮਨ ਫਰਾਇਡ ਕਹਿੰਦਾ ਸੀਗਾ ਕਿ ਸਾਨੂੰ ਸੁਪਰ ਈਗੋ ਚਲਾਉਂਦੀ ਹੈ। ਸੁਪਰ ਈਗੋ ਐਵੇਂ ਚਲਾਉਂਦੀ ਹੈ, ਸੁਸਾਇਟੀ ਸਾਡੇ ਆਲੇ ਦੁਆਲੇ ਅੱਖਾਂ ਵੇਖਦੀ ਹੈ, ਅਸੀਂ ਸੁਸਾਇਟੀ ਤੋਂ ਡਰੇ ਹੋਏ ਬਿਹੇਵ ਕਰਦੇ ਹਾਂ। ਸੁਪਰ ਈਗੋ ਐਵੇਂ ਚਲਾਉਂਦੀ ਹੈ। ਬੰਦਾ ਇਕੱਲਾ ਬੈਠਾ ਆ, ਹੋ ਸਕਦਾ ਬੈਠੇ ਦਾ ਚੇਤੀ ਨਾ ਕਰੇ, ਉੱਠ ਕੇ ਤੁਰ ਜਾਏ, ਕੁਛ ਕਰੇ ਇਸ ਤਰੀਕੇ ਦੇ ਨਾਲ। ਤੇ 4 ਜੀਆਂ ਦੇ ਵਿੱਚ ਬੈਠਾ ਆ ਤੇ ਬੜਾ ਰੌਲਾ ਪਾਏ ਜਾਂ ਨਾ ਪ੍ਰੋਪਰਲੀ ਬਏ, ਅਨਸਿਵਲ ਲੱਗਦਾ ਹੈ। ਦੂਜੇ ਅੱਖਾਂ ਵੇਖਣਗੇ, ਭਾਈ ਇਹ ਕੀ ਕਰ ਰਿਹਾ, ਤੂੰ ਰੌਲਾ ਪਾ ਰਿਹਾ, ਸੰਗਤ ਖਰਾਬ ਕਰ ਰਿਹਾ ਇਸ ਤਰੀਕੇ ਨਾਲ। ਮੇਨ ਇੱਕ ਸੁਪਰ ਈਗੋ ਕੰਟਰੋਲ ਕਰੇਗੀ। ਤੇ ਫਿਰ ਇੱਥੇ ਬਹਿਣ ਦਾ ਜਿਹੜਾ ਕਾਜ ਆ ਉਹ ਬੜਾ ਚੰਗਾ ਆ। ਉਹ ਇਹ ਹੈ, ਮੈਂ ਆਪਣੇ ਅਧਿਆਤਮੀ ਤਲ ਦੇ ਉੱਤੇ ਆਪਣੇ ਆਪ ਨੂੰ ਬੈਟਰ ਕਰਨਾ ਹੈ, ਐਜੂਕੇਟ ਕਰਨਾ ਹੈ। ਇਹ ਹੈ ਸਹਿਜ ਸਮਾਧ ਅਗਾਧ ਨਿਵਾਸੀ। ਸੱਚ ਨੂੰ ਸਮਝਦਿਆਂ ਹੋਇਆਂ ਜੀਵਨ ਨੂੰ ਇਸ ਪਾਸੇ ਲਾਣਾ, ਤੇ ਇਹਨੂੰ ਸਮਝਣਾ ਇਹ ਜ਼ਰੂਰੀ ਪਾਰਟ ਆ। ਮੈਂ ਜੇ ਹੁਣੇ ਬਾਤ ਕਰ ਰਿਹਾ ਸੀ ਕੁਝ ਦੂਸਰੇ ਗੁਰਦੁਆਰਾ ਸਾਹਿਬ ਦੇ ਵਿੱਚ ਕਿ ਜਦੋਂ ਸਮਾਂ ਆਉਂਦਾ ਆ, ਜਦੋਂ ਮੌਤ ਵਾਪਰ ਰਹੀ ਹੈ, ਅੱਜ ਕੱਲ੍ਹ ਤੇ ਬਾਇਓਲੋਜੀਕਲ, ਮੈਡੀਕਲ ਸਭ ਤਰ੍ਹਾਂ ਦੀ ਡਿਸਕ੍ਰਿਪਸ਼ਨ ਮੌਜੂਦ ਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਕਿ ਹੱਥ ਮਰੋੜੈ ਤਨ ਕਪੈ ਸਿਆਹੋਂ ਹੋਵਾ ਸੇਤ। ਜਦੋਂ ਮੌਤ ਆ ਰਹੀ ਹੈ, ਨੈਚੁਰਲ ਡੈਥ, ਹੱਥ ਐਵੇਂ ਮਰੋੜਦਾ ਜਾਨ, ਕਿਉਂਕਿ ਪੇਸ਼ ਨਹੀਂ ਕੋਈ ਚੱਲ ਰਹੀ। ਤਨ ਕਪੈ, ਤਨ ਕਾਂਪ ਖਾਂਦਾ ਹੈ, ਕੰਬਦਾ ਹੈ। ਸਿਆਹੋਂ ਹੋਵਾ ਸੇਤ, ਜਿਹਦਾ ਸਿਆਹ ਰੰਗ ਸੀਗਾ, ਬੜਾ ਲਾਲ ਰੰਗ ਸੀਗਾ, ਖੂਨ ਨਾਲ ਭਰਿਆ ਹੋਇਆ ਸੀਗਾ, ਸਵੇਤ ਹੋ ਗਿਆ, ਚਿੱਟਾ ਹੋ ਗਿਆ, ਡਰ ਨਾਲ, ਖੌਫ ਨਾਲ ਮੌਤ ਆ ਗਈ। ਹੁਣ ਇਸ ਮੰਜ਼ਰ ਨੂੰ ਬੰਦਾ ਆਪਣੀ ਅੱਖਾਂ 'ਚ ਪਾਏ ਤੇ ਇਹ ਕੋਈ ਝੂਠ ਜਾਂ ਗਲਤ ਜਾਂ ਅਫਸਾਨਾ ਜਾਂ ਕਹਾਣੀ ਨਹੀਂ। ਇਟਸ ਟਰੂ। We have to face it in our life one day without any doubt. ਮੈਂ ਤੁਹਾਡੇ ਸਾਹਮਣੇ ਬੋਲ ਰਿਹਾ, ਮੈਂ ਉੱਥੇ ਬੇਨਤੀ ਕਰ ਰਿਹਾ ਸੀਗਾ, ਲਾਈਵ ਜਾ ਰਿਹਾ ਹੈ, ਰਿਕਾਰਡ ਹੋ ਰਿਹਾ ਹੈ, ਸਾਰਾ ਕੁਝ ਪਬਲਿਕ ਡੋਮੇਨ ਤੇ ਰਹਿਣਾ ਹੈ। ਤੇ ਕੱਲ ਨੂੰ ਜਦੋਂ ਕਿਸੇ ਨੇ ਸੁਣਨਾ ਹੈ, and that time if I'm not here, people gonna say, ਆ ਦੇਖੋ ਬੋਲ ਰਿਹਾ, ਦੇਖੋ ਕਿੱਡਾ ਵਧੀਆ, ਅੱਜ ਆਇਆ ਨਹੀਂਗਾ। And it's reality. ਆਹ ਜਿਹੜੀ ਚੀਜ਼ ਹੈ ਸੱਚ ਹੈ, ਇਹਨੂੰ ਫਟ ਸਮਝਣਾ, ਇਹਨੂੰ ਅਹਿਸਾਸਦਿਆਂ ਹੋਇਆਂ ਜਿਹੜੇ ਮੈਂ ਅੱਜ ਕੰਮ ਕਰ ਰਿਹਾ, ਸੋਚ ਕੇ ਦੇਖਾਂ, ਜੇ ਕੋਈ ਇਹਨਾਂ ਕੰਮਾਂ ਬਾਰੇ ਮੈਨੂੰ ਪੁੱਛੇ, ਓਏ 4 ਦਿਨਾਂ ਦਾ ਮਹਿਮਾਨ ਸੀਗਾ, ਆਹ ਕੀ ਗੰਦ ਪਾਇਆ ਤੂੰ ਸਾਰਾ। ਇੱਥੋਂ ਜਿਹਨੂੰ ਸੈਲਫ ਕੌਨਸ਼ੀਅਸ ਕਹਿੰਦੇ ਆ ਕਿ ਅਵੇਅਰ ਹੁੰਦੀ ਹੈ, ਸਵੈ ਚੇਤਨਾ ਆਉਂਦੀ ਹੈ ਬੰਦੇ ਦੇ ਵਿੱਚ। ਇੱਥੋਂ ਸਹਿਜ ਸਮਾਧ ਲੱਗਦੀ ਹੈ, ਡੰਡੇ ਨਾਲ ਨਹੀਂ, ਧੱਕੇ ਨਾਲ ਨਹੀਂ, ਹੱਠ ਨਾਲ ਨਹੀਂ। ਗੁਰੂ ਬਾਬਾ ਜੀ ਨੇ ਜਿਹੜਾ ਬਿਆਨ ਕੀਤਾ, ਸੱਚਾ ਸੇਵੀ ਸੱਚ ਸਾ ਲਾਹੀ, ਸੱਚਾ ਨਾਏ ਦੁੱਖ ਕਬ ਹੀ ਨਾਹੀ। ਇੱਕ ਦਿਨ ਤੇ ਪਰਮ ਦੁੱਖ ਮੌਤ ਆਉਣੀ ਹੈ, ਜਿਹਨੂੰ ਅਸੀਂ ਦੁੱਖ ਮੰਨਦੇ ਹਾਂ ਬੜਾ ਵੱਡਾ। ਤੇ ਛੋਟੇ ਛੋਟੇ ਦੁੱਖ ਇਹ ਫਿਰ ਬੰਦਾ ਸੋਚਦਾ ਹੈ। ਮੈਂ ਕਹਿਣਾ, ਲਾਈਫ ਬਿਫੋਰ COVID-19, ਲਾਈਫ with COVID-19 and life after COVID-19, ਇਹ 3 ਫੇਸ ਬਣ ਗਏ। ਸਾਡੀ ਬੋਲਬਾਣੀ ਬਦਲੇਗੀ। ਬਹੁਤ ਸਾਰੇ ਲੋਕ ਹੁਣੀ ਕਹਿਣ ਲੱਗ ਗਏ, ਕੱਲ ਤੱਕ ਇਹ ਹੁੰਦਾ ਸੀਗਾ ਕੋਈ ਕਿਸੇ ਨੂੰ ਡਿਸਕ੍ਰਾਈਬ ਕਰਦਾ ਸੀਗਾ ਤੇ ਐਵੇਂ ਡਿਸਕ੍ਰਾਈਬ ਕਰਦਾ ਸੀ, ਉਹ ਬੜਾ ਵੈਲਥੀ ਬੰਦਾ ਜਨਾਬ, ਕੀ ਦਸੀਏ ਤੁਹਾਨੂੰ, ਇੰਨੀ ਤੇ ਪ੍ਰਾਪਰਟੀ ਉਹਦੇ ਕੋਲ, ਘਰ ਨੇ, ਗੱਡੀਆਂ ਨੇ, ਕਾਰਾਂ ਨੇ, ਕਾਰੋਬਾਰੀ ਹੈ, ਪ੍ਰੋਫੈਸ਼ਨਲ ਬੰਦਾ ਜੀ ਜਨਾਬ, ਬਹੁਤ ਬੜੀ ਵੱਡੀ ਗੱਲ ਹੈ। ਪਤਾ ਕੀ ਹੈ, ਵੈਲਥ ਸਹੀ ਰੂਪ ਦੇ ਵਿੱਚ ਸਾਡੇ ਜੀਵਨ ਦਾ ਐਸਟ ਤੇ ਕੈਪੀਟਲ ਬਹੁਤਾ ਜ਼ਿਆਦਾ ਲੰਬਾ ਸਮਾਂ ਨਹੀਂ ਰਹੇਗੀ। ਲੋਕ ਇਹ ਡਿਸਕ੍ਰਾਈਬ ਕਰਿਆ ਕਰਨਗੇ, ਉਹ ਫਲਾਣਾ ਬਈ ਉਹਦੀ ਹੈਲਥ ਬੜੀ ਵਧੀਆ, ਇਮਿਊਨ ਸਿਸਟਮ ਬੜਾ ਤਗੜਾ ਉਹਦਾ, ਬਈ ਉਹਦੀ ਇਮਿਊਨਿਟੀ ਬੜੀ ਵਧੀਆ ਆ। ਇਹ ਚੀਜ਼ ਡੈਫੀਨਿਟਲੀ ਨੈਕਸਟ ਫੇਸ ਹੈ। ਚੀਜ਼ਾਂ ਚੇਂਜ ਹੋ ਰਹੀਆਂ ਨੇ, ਲੋਕ ਇਹ ਗੱਲਾਂ ਆਮ ਕਰਿਆ ਕਰਨਗੇ ਇਸ ਰੂਪ ਦੇ ਵਿੱਚ। ਸੌਰੀ ਟੂ ਸੇ, ਵੈਸੇ ਤੇ ਬੰਦਾ ਹਰ ਇੱਕ ਚੰਗੇ ਲਈ ਅਰਦਾਸ ਕਰਦਾ ਇਸ ਤਰੀਕੇ ਦੇ ਨਾਲ,
ਪਰ ਇੱਕ ਕੋਵਿਡ-19 ਜੇ ਤੁਸੀਂ ਮੂਵੀਆਂ, ਅਸੀਂ ਮੂਵੀ ਵਗੈਰਾ ਦੇਖਦੇ ਹੁੰਦੇ ਸੀ ਨਾ, ਕੋਈ ਸੁਪਰ ਬੱਗ ਤੇ ਮੂਵੀ ਬਣਾ ਦਿੱਤੀ, ਕੋਈ ਜੁਰਾਸਿਕ ਪਾਰਕ ਤੇ ਮੂਵੀ ਬਣਾ ਦਿੱਤੀ, ਕੋਈ ਇਸ ਕਿਸਮ ਦੀਆਂ ਵੀ ਬੜੀਆਂ ਇੱਕ ਡਰਾਸਟਿਕ ਬੜੇ ਡਰਾਵਣੇ ਜਾਨਵਰ ਆ ਰਹੇ ਤੇ ਸਾਰਾ ਕੁਝ। ਐਸਾ ਕੁਝ ਨਹੀਂ। ਸੁਪਰ ਬੱਗ ਜਿਹੜੇ ਨੇ ਐਵੇਂ ਵਾਇਰਸ ਬਣ ਕੇ ਆਉਣੇ ਨੇ। ਐਕਚੁਅਲ ਲੈਵਲ ਤੇ ਇਹੀ ਸੁਪਰ ਬੱਗ ਨੇ ਜਿਹੜੇ ਬੰਦੇ ਦੇ ਆਪਣੇ ਇਸ ਰਹਿਣ ਸਹਿਣ ਤਵਾਜ਼ਨ ਵਾਲੇ ਜੀਵਨ ਦੇ ਵਿੱਚੋਂ ਇਤਨਾ ਕੈਮੀਕਲ ਐਕਸਪੋਜ਼ਰ, ਇਹ ਸਭ ਚੀਜ਼ਾਂ ਹੋ ਕੇ ਤੇ ਇੱਕ ਬੜੇ ਕੈਮੀਕਲ ਫਿਟ ਮਾਡਲ ਦੀ ਗੱਲ ਕਰਦਿਆਂ ਬੰਦਾ ਇੱਕ ਲੈਵਲ ਤੇ ਸਟਕ ਹੋ ਗਿਆ। ਤੇ ਸਟਕ ਵੀ ਇਸ ਤਰੀਕੇ ਨਾਲ ਹੋ ਗਿਆ ਹੈ ਕਿ ਹੁਣ ਉਹ ਜਿਹੜੀ ਮੈਡੀਕਲ ਇੰਟਰਵੈਂਸ਼ਨ ਸੀਗੀ ਉਹ ਬਹੁਤੀ ਕਾਰਗਰ ਨਹੀਂ ਰਹਿ ਗਈ ਤੇ ਜ਼ਿੰਦਗੀ ਇੱਕਦਮ ਜਿਹੜੀ ਹੈ ਉਹ, ਮੈਂ ਜੀ ਫਲੂ ਸ਼ਾਟਸ ਦੇ ਬਾਰੇ ਨਿਊਜ਼ ਪੜ੍ਹ ਰਿਹਾ ਸੀਗਾ ਵੀ ਕਿੰਨੀ ਮੈਡੀਸਨ ਲਿਆਂਦੀ ਜਾ ਰਹੀ ਹੈ, ਕਿਵੇਂ ਡਿਲੀਵਰ ਹੋ ਰਹੀ ਹੈ, ਕਿਵੇਂ ਸਾਰਾ ਕੁਝ, ਇੱਕ ਪੈਨਿਕ ਹੁਣੀ ਕ੍ਰੀਏਟ ਹੋ ਗਿਆ। ਸੋ ਸਭ ਰੰਗਾਂ ਨੂੰ ਵੇਖਦਿਆਂ ਹੋਇਆਂ ਅਹਿਸਾਸ ਕਰੀਏ ਕਿ ਜਿਹੜਾ ਜੀਵਨ ਆ ਇਹ ਬੇਸ਼ਕੀਮਤੀ ਆ, ਥੋੜ੍ਹ ਚਿਰ ਆਇਆ, ਆਖਰਕਾਰ ਕੱਲ ਨਹੀਂ ਹੋਣਾ ਇੱਥੇ। ਅੱਜ ਨੂੰ ਸੰਭਾਲ ਕੇ ਆਪਣੇ ਲਈ ਦੂਜਿਆਂ ਲਈ ਭਲਾ ਕਰ, ਇਹ ਧਰਮ ਹੈ। ਇਹ ਹੈ ਸਹਿਜ ਸਮਾਧ। ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਹਕੀਕਤ ਹੈ ਇਸ ਸਭ ਨੂੰ ਵੇਖ ਕੇ ਦੁੱਖ ਕਬਹੀ ਨਾਹੀਂ। ਛੋਟੇ ਛੋਟੇ ਦੁੱਖ ਫਿਰ ਸਤਾਣਗੇ ਨਹੀਂ, ਪੋਣਗੇ ਨਹੀਂ। ਹੁਣ ਤੇ ਇੰਨੀ ਕੀ ਹਾਲਤ ਬੜੀ ਬਣਦੀ ਪਤਲੀ ਹੋ ਜਾਂਦੀ ਕਿ ਨਹੀਂ ਐਕਚੁਅਲ ਲੈਵਲ ਤੇ ਜਿਹੜਾ ਹੈਗਾ ਆ, ਮੈਂ ਇਹੋ ਜਿਹਾ ਡ੍ਰੀਮ ਲਿਆ ਸੀਗਾ, ਮੇਰੀ ਡ੍ਰੀਮ ਕਾਰ ਨਹੀਂ ਮਿਲੀ, ਮੇਰਾ ਡ੍ਰੀਮ ਘਰ ਨਹੀਂ ਮਿਲਿਆ, ਇਹਨਾਂ ਚੀਜ਼ਾਂ ਨੂੰ ਹੀ ਬੰਦਾ, ਉਹ ਭਲੇ ਬੰਦੇ ਡ੍ਰੀਮ ਲੈਣ ਜੋਗਾ ਤੇਰੇ ਕੋਲ ਸਿਰ ਸਲਾਮਤ ਹੈ ਤੇਰਾ? physically you are able to actually walk on your feet, ਤੂੰ ਪ੍ਰੋਪਰਲੀ ਫੂਡ ਇਨਟੇਕ ਕਰਕੇ ਹਜਮ ਕਰ ਰਹੇ ਆ, ਖਾਣਾ ਖਾ ਰਹੇ ਆ, ਇਹੋ ਜਿਹੀਆਂ ਚੀਜ਼ਾਂ ਤੇ ਬੰਦਾ ਧਿਆਨ ਦੇਗਾ ਜਿਹਨੂੰ ਅਸੀਂ ਖਾਸ ਕਰਕੇ ਕਹਿੰਦੇ ਆ ਕਿ ਇਫ ਵੀ ਆਰ ਲਿਵਿੰਗ ਇਨ ਦਿਸ ਵਰਲਡ, ਇਹ ਚੀਜ਼ ਜਿਹੜੀ ਇਹਨੂੰ ਅਹਿਸਾਸ ਕਰੇਗਾ ਬੰਦਾ। ਜੇ ਤੁਸੀਂ ਬੋਧੀਆਂ ਦਾ ਮੈਡੀਟੇਸ਼ਨ ਦੇਖੋਗੇ ਨਾ, ਐਕਚੁਅਲੀ ਸਾਰਾ ਇੱਥੇ ਖੜਾ, ਫੀਲ ਲਾਈਫ ਇਨਸਾਈਡ which is happening all the time, that is your meditation। ਜਿਹੜੀ ਸੈਂਸੇਸ਼ਨ ਆ, ਨੱਕ ਚੋਂ ਸਾਹ ਅੰਦਰ ਜਾ ਰਿਹਾ, ਬਾਹਰ ਆ ਰਿਹਾ, ਫੀਲ ਇਟ, ਸੈਂਸੇਸ਼ਨ, ਲਾਈਫ ਫੀਲ ਕਰ, ਇਟਸ ਹੈਪਨਿੰਗ, ਦੈਟਸ ਅਨਫ। ਬਾਕੀ ਸਾਰਾ ਕੁਝ ਤੇ ਛੋਟੀ ਚੀਜ਼ ਹੈ ਤੇ ਨਥਿੰਗ ਹੈ ਤੇ ਕੁਝ ਵੀ ਨਹੀਂ ਹੈਗਾ। ਇਫ ਯੂ ਕੈਨ ਬਰੀਥ, ਇਫ ਯੂ ਕੈਨ ਐਕਚੁਅਲੀ ਲਿਵ, ਇਹ ਛੋਟੀ ਚੀਜ਼ ਹੈ। ਫਿਰ ਇਹਦੇ ਸਾਹਮਣੇ ਦੂਜੇ ਦੁੱਖ ਥੋੜਾ ਲੱਗਣਗੇ। You are away actually on a higher level। ਐਵੇਂ ਸੋਚ ਜਿਹੜੀ ਹੈ ਉੱਡੇਗੀ ਜਿਵੇਂ ਫਰ ਹਵਾ 'ਚ ਉੱਡਦੀ ਹੈ, ਇਸ ਤਰੀਕੇ ਦੇ ਨਾਲ ਬੰਦਾ ਐਵੇਂ ਨਹੀਂ। ਤੁਸੀਂ ਇੱਥੇ ਸਮਾਧੀ ਦੀ ਗੱਲ ਹੋ ਰਹੀ ਹੈ, ਜਿਹੜਾ ਡਿਪਰੈਸ਼ਨ ਦਾ ਗੈਸਚਰ ਹੈਗਾ, ਬੋਡੀ ਲੈਂਗੁਏਜ ਕੀ ਹੁੰਦੀ ਹੈ, ਮੋਢੇ ਐਵੇਂ ਡਿੱਗ ਜਾਂਦੇ ਨੇ, ਧੌਣ ਥੱਲੇ, ਤੇ ਬੰਦਾ ਐਵੇਂ ਤੁਰਦਾ, ਭਾਰ ਹੀ ਇੰਨਾ ਪੈ ਗਿਆ ਸੋਚ ਦਾ, ਨਿਕਲੇਗਾ ਕਿਵੇਂ ਬਾਹਰ? ਹਰ ਵਕਤ ਉਹ ਵਜਨ ਨਾਲ ਲੱਦਿਆ ਬੰਦਾ, ਡੇ ਬਾਈ ਡੇ ਹੋਰ ਵਜਨ ਵਧੀ ਜਾਂਦਾ। ਜਿੱਥੇ ਭਾਰ ਲੈ ਗਿਆ ਮੋਢੇ ਚੱਕੇ ਗਏ, ਬੰਦੇ ਦੀ ਨਜ਼ਰ ਉੱਤਰ ਉੱਠ ਗਈ, ਆਲੇ ਦੁਆਲੇ ਦੇਖਦਾ ਆ, ਕੁਦਰਤ ਦਿਸਦੀ ਹੈ, ਕੁਦਰਤ ਦੇ ਬਣਾਏ ਰੂਪ ਦਿਸਦੇ, ਆਲਾ ਦੁਆਲਾ ਮਾਹੌਲ, ਦੁਨੀਆ, ਇੱਕ ਕਾਦਰ ਤੇ ਕਾਦਰ ਦੀ ਕਾਇਨਾਤ, ਇਹਦੇ 'ਚ ਜੀਂਦਾ। ਫਿਰ ਦੁੱਖ ਕਭੀ ਨਾ ਹੀ, ਫਿਰ ਦੁੱਖ ਆਦਾ ਹੈ। ਫਿਰ ਘਰੋਂ ਵਾਕ ਕਰ ਲਈ ਜਾਂਦਾ, ਵਾਕ ਕਰਕੇ ਵਾਪਸ ਪਰਤਦਾ, ਬਿਲਕੁਲ ਨਵਾਂ ਫਰੈਸ਼ ਬੰਦਾ ਹੁੰਦਾ ਹੈ। ਘਰ ਦੇ ਜਿਸ ਕਿਸਮ ਦਾ ਰੋਲ ਆ, ਜੌਬ ਆ, ਜੋ ਉਹਦੀ ਡਿਊਟੀ ਬਣਦੀ ਆ, ਉਹਨੂੰ ਅਦਾ ਕਰਦਾ ਆ। ਸ਼ਿਕਵਾ ਸ਼ਿਕਾਇਤ ਕੋਈ ਨਹੀਂ, ਸਹਿਜ ਸਮਾਧ ਆ। ਇਟਸ ਅ ਪ੍ਰੈਕਟੀਕਲ ਥਿੰਗ। ਬਾਬਾ ਜੀ ਸੇਇੰਗ ਓਵਰ ਹੇਅਰ, ਮਹਾਰਾਜ ਕਹਿੰਦੇ ਸੱਚਾ ਨਾਏ ਦੁ ਕਬਹੀ ਨਾਹੀਂ, ਫਿਰ ਸੁਖ ਦਾਤਾ ਸੇਵਨ ਸੁਖ ਪਾਇਨ। ਇਹ ਸੁਖ ਦਾਤੇ ਦੀ ਸੇਵਾ ਆ। ਰੱਬ ਦੇ ਨਾਂ ਦਾ ਕੋਈ ਮੰਦਿਰ ਬਣਾ ਲਓ, ਕੋਈ ਧਰਮ ਸਥਾਨ ਬਣਾ ਲਓ, ਕੋਈ ਦੇਵਾਲਿਆ ਬਣਾ ਲਓ, ਉੱਥੇ ਰੱਬ ਦੀ ਮੂਰਤੀ ਬਣਾ ਕੇ ਪੂਜਣ ਲੱਗ ਜਾਓ, ਇਹ ਕੋਈ ਧਰਮ ਦੀ ਸੇਵਾ ਨਹੀਂ ਗੀ। ਧਰਮ ਦੀ ਸੇਵਾ ਤੇ ਇਹ ਹੈ ਸੁਖ ਦਾਤਾ ਸੇਵਨ, ਸੁਖਾਂ ਦੇ ਦਾਤੇ ਦੀ ਸੇਵਾ ਕਰੋ। ਤੇ ਸੁਖਾਂ ਦੇ ਦਾਤੇ ਦੀ ਸੇਵਾ ਇਹ ਹੈ, ਸੁਖ ਦਾਤਾ ਤੇ ਤੁਸੀਂ ਕੈਰੀ ਕਰਦੇ ਹੋ ਆਪਣੀ ਸੁਰਤ, ਆਪਣੀ ਸੋਚ, ਆਪਣੇ ਜ਼ਹਿਨ ਦੇ ਵਿੱਚ, ਤੇ ਫਿਰ ਕਹਿੰਦੇ ਸੁਖ ਪਾਇਨ, ਉਸੇ ਸਦਕਾ ਹੀ ਤੈਨੂੰ ਸੁਖ ਪ੍ਰਾਪਤ ਹੋਣਾ। ਗੁਰਮਤ ਮਨ ਵਸਾਵਣੇ ਆ। ਜੇ ਅਜੇ ਵੀ ਨਹੀਂ ਸਮਝ ਲੱਗੀ ਤੇ ਗੁਰੂ ਅਮਰਦਾਸ ਸਾਹਿਬ ਕਹਿ ਰਹੇ ਨੇ, ਗੁਰੂ ਕੀ ਮਤ ਦੇ ਜ਼ਰੀਏ ਇਹਨਾਂ ਚੀਜ਼ਾਂ ਨੂੰ ਮਨ ਵਿੱਚ ਵਸਾ। ਦੂਸਰਾ ਪਦਾ ਲੈ ਲੈਣ ਨਾਲ, ਸਭ ਕੋ ਤੇਰਾ ਭਗਤ ਕਹਾਏ। ਬਾਕੀ ਇਹ ਹੈ, ਮਨੁੱਖ ਕੋਈ ਵੀ ਹੈ, ਉਹ ਭਾਵੇਂ ਏਥੀਇਸਟ ਹੈ ਤੇ ਭਾਵੇਂ ਉਹ ਨੋਨ ਬਲੀਵਰ ਹੈ ਤੇ ਭਾਵੇਂ ਉਹ ਬਲੀਵਰ ਹੈ ਤੇ ਬਲੀਵਰ ਹੈ, ਤੇ ਜਿਹੜੇ ਮਰਜ਼ੀ ਸੈਕਟ ਵਿੱਚੋਂ ਤੇ ਆਰਗੇਨਾਈਜ਼ ਸਕੂਲ ਆਫ ਥਾਟ ਵਿੱਚੋਂ ਆ ਰਿਹਾ ਜਾਂ ਨਹੀਂ ਆ ਰਿਹਾ, ਕਿਸੇ ਕਿਸਮ ਦੀ ਪ੍ਰੈਕਟਿਸ ਕਰਨ ਵਾਲਾ, ਨੋਨ ਪ੍ਰੈਕਟਿਸਿੰਗ ਹੈਗਾ, ਕੋਈ ਵੀ ਹੋ ਸਕਦਾ ਹੈ।
अजकल तो मतलब एक बड़ा सवाल पूछा जाता भी आर यू स्पिरिचुअली रिलीजियस और रिलीजियसली स्पिरिचुअल, एवं पूछा जाता कई बार, आर यू स्पिरिचुअली रिलीजियस और रिलीजियसली स्पिरिचुअल, कैन यू टेल। तो कई बार लोग कहते आ तो बड़ी अटपटी जी गल हो गई। हाँ भाई, बहुत सारिया गल्लां ने। कोई भी बंदा आया, गुरु ग्रंथ साहब का बचन पढ़ते हैं, महाराज जिक्र करते कि बंदे नूं तुसी देखो, किसी नूं भी जज करना तो साडी जॉब नहीं, किसी नूं नॉन जजमेंटल वे नाल जियो, अपने आप नूं जज करो, अपने आप ते, इवन अपने आप नूं जज ना करो, देखो चीज़ां नूं निहारो, निहार के देख के अपना जिन्नी एनर्जी एबिलिटी उहदे मुताबिक चेंज करो। यही जीवन है, यही सहज है। बाकी बात रही कि जिस तकड़ी धर के तोलोगे, तकड़ी धर के पता लगेगा भी साहब कहते सबको पूरा आपे होगा, घटना कोई आख है। हर बंदा अपनी जगह ते पूरा, वो कहता भी जो मैं हाँ बिल्कुल ठीक हाँ, परफेक्ट हाँ, मैनू कोई चेंज करने की लोड़ नहीं हैगी। दूजे बदलन अपने आप नूं, समाज बदले, परिवार बदले, ये उत्ते फोकस करो। हुण जिहड़ी गुरु साहब ने बात की, सब कहते सबको तेरा भगत कहा है। हर बंदा कहता भी मैं अपनी अपने तरीके का डिवोटी है, एक्चुअली काइंड ऑफ रिलीजियस और काइंड ऑफ एथिकली स्ट्रोंग परसन अकॉर्डिंग टू माई ओन वे, अकॉर्डिंग टू माई ओन जिहड़ी हैगी ने उस तरीके दे नाल जिहड़ी मेरे क्राइटेरिया हैगा आ। सबको तेरा भगत कहाए, सही भगत तेरे मन पाए। पर गल यह है भी असल भगत तो जिहड़ा उहदे मन नूं भाउंदा, उहदे मन नूं भाउण दी गल कीती गई। हुण जिहड़ा इत्थे तेरा मन पाए, गुरु साहब इशारा दे रहे, तो इशारा इस गल का दे रहे, तेरा कौन है, वह करतार। तो करतार इत्थे एक निज़ाम दे विचों गल आ रहे हैं, उहदे जिहदे हुक्म की असीं बात करते हैं, उस हुक्म दे विच चंगा कौन लगदा आ। जिवें गुरु साहब नूं पुछीए, गुरु साहब तुसीं किहनूं प्यार करदे हो ज़्यादा, तो तुसीं तवारीख च कितनी वारी बोल पढ़े होणगे कि मैं किहनूं ज़्यादा प्यार करदा आ, रहत प्यारी मुझको सिख प्यारा ना है। मैनू तो जिहदी रहो रीत, वे ऑफ लाइफ, जीवन जाच, वो इस क्राइटेरिया च उतरती है, वो पसंद है। हुण आ चीज जिहड़ी है, इनू जे बंदा तसव्वुर करे, यह वो भाउंदा आ। ते फिर ये कल्ला एक लैवल की गल नहीं, मल्टीपल लैवल की गल है। ये बंदे की सुरत भी है, सूरत भी है, विहार भी है, ये सब हर चीज़ इनवॉल्व हो जाती है। महाराज जिक्र करते सही भगत तेरा मन पाए, फिर क्या सच बाणी तुदै सलाहन, जिहड़े सच की बाणी दे नाल तुदै सलाहन, उहदी सलाहुता दे नेड़े चले जाते हैं। धार्मिक खेत्र दे विच इन्ने क सैक्ट बने ने, एक सैक्ट दूसरे सैक्ट नूं बदनाम करके सोचदा मैं धर्म दा बड़ा काम कर रहा। ईवन यू कैन फाइंड आउट दीज काइंड ऑफ एक्सरसाइजिज इन एक्चुअली काइंड ऑफ सिख सोसाइटी। अपने तुसी वेड़े च वेख सकते हो। तो ये लग रहा भी कमाल ही हो गई भी जेड़ा जेड़ा उत्थे प्रचार हो रहा, जेड़ा उत्थे वो चीज़ हो रही, वो तो कमाल ही है जी। कमाल हो की रहा एक्चुअल, गुरु साहब कहते कि ये सारे दे अंदर असी भसना तो सब चीज़ों के मगर लगे जा रहे हैं। हकीकत यह है सच बाणी तुदै सलाहन, जिहड़े ओहदी सिफत सलाह विच लग जाते हैं। गुरु ग्रंथ साहब दे विच सानू अवेयर करने वास्ते पखंड की गल भी की गई है, अडंबर की गल भी की गई है। गुरु ग्रंथ साहब दे विच सानू अवेयर करने वास्ते साडियां जिहड़ियां पुरानियां रीति रिवाज सारे सीगे, जालो ऐसी रीत जित मैं प्यारा विसरे, वो सब की गल भी की गई है। पर यह सारा पार्ट जो इकट्ठा करोगे एक पूरे उस एनालिटिक वे दे नाल, ते पता लगेगा ये गुरु ग्रंथ साहब का अराउंड 20% हिस्सा है। 80% कीर्तन है, स्तुति है, तारीफ है, रब की वडियाई है, अपने आप को एक डिवोशनल लैवल ते लियाउण दी बात है। एक कंबीनेशन है, जिवें तुसी कोई फूड नहीं मतलब थाल सजाते, गुरु साहब ने थाल सजाया, थाल विच 3 वस्तु पई हो, तो थाल दे विच कई वक्रे वक्रे कंपोनेंट पाए गए होंदे ने उहदे अंदर। तुसी उह चों पिक एंड चूज करो, बस आ 2 चीज़ां फड़ लियां, 2 इधरों फड़ लियां, बाकी रेस्ट ऑफ इट भाई वो पूरी रेसिपी है, पूरी नूं पकड़ो। उहदे विच सच बोलना चाहिए, पखंड के खिलाफ खड़ना चाहिए, जिहड़े
ਸਾਡੇ ਵਿਸ਼ਵਾਸ ਸਾਨੂੰ ਸੱਚ ਤੋਂ ਤੋੜਦੇ ਨੇ, ਉਹਨਾਂ ਨੂੰ ਸਾਨੂੰ ਛੇਕਣਾ ਚਾਹੀਦਾ। ਪਰ ਐਂਡ ਆਫ ਦਾ ਡੇ ਕਰਨਾ ਕੀ ਹੈ? ਵਾਟ ਟੂ ਡੂ? ਬੰਦਾ ਕਹਿੰਦਾ ਬਸ ਤੁਸੀਂ ਨਾ ਜ਼ਿੰਦਗੀ ਜੀਓ ਮੌਜ ਦੇ ਨਾਲ। ਬਿਲਕੁਲ ਠੀਕ ਹੈ, ਮੌਜ ਨਾਲ ਜ਼ਿੰਦਗੀ ਜੀਣ ਤੋਂ ਰੋਕਦਾ ਕੌਣ ਪਿਆ? Who is stopping us to live our life at an enjoyable level? Who? Our own misery, ਜਿਹੜੀ ਮਿਜ਼ਰੇਬਲ ਹਾਲਤ ਹੈ ਮਨ ਦੀ, ਦਸ਼ਾ ਆ, ਉਹ ਤੇ ਕੰਮ ਕਿਵੇਂ ਕਰੇਗਾ ਤੂੰ? ਉਹਦੇ ਵਾਸਤੇ ਫਿਰ ਨਾਮ ਹੈ, ਸਿਮਰਨ ਹੈ, ਭਗਤੀ ਹੈ, ਬਾਣੀ ਅਧਿਐਨ ਆ, ਇਹ ਸਭ ਚੀਜ਼ਾਂ ਨੇ। ਇੱਥੇ ਗੁਰੂ ਬਾਬਾ ਜੀ ਨੇ ਕਿਹਾ ਵੀ ਭਲੇ ਬੰਦੇ ਸੱਚ ਬਾਣੀ ਤੁਧੈ ਸਲਾਹਣ, ਸੱਚ ਦੀ ਬਾਣੀ ਦੇ ਜ਼ਰੀਏ ਜਿਹੜੇ ਉਹਦੀ ਸਲਾਹ ਤਾਂ ਚ ਰੰਗ ਰਾਤੇ ਭਗਤ ਕਰਾਵਣਿਆ, ਉਹਦੇ ਰੰਗ ਚ ਰੱਤੇ ਹੋਏ ਫਿਰ ਉਹ ਭਗਤ ਕਰਨ ਕਰਾਉਣ ਦੇ ਕਾਬਲ ਹੁੰਦੇ ਨੇ, ਭਗਤੀ ਕਰਨ ਦੇ ਕਾਬਲ ਹੁੰਦੇ ਨੇ। ਇੱਕ ਪਦਾ ਹੋਰ ਕਹਿ ਕੇ ਵਾਈਂਡ ਅਪ ਕਰੀਏ, ਸਭ ਕੋ ਸੱਚੇ ਹਰ ਜੀਓ ਤੇਰਾ, ਬਾਕੀ ਕੋਈ ਤੇਰੇ ਤੋਂ ਬਾਹਰ ਨਹੀਂਗਾ। ਕੋਈ ਜਿਵੇਂ ਸਪੋਜ਼ ਕਰੋ, ਬਲਾਸ ਦੀ ਗੱਲ ਕਹਿ ਕੇ ਵਾਈਂਡ ਅਪ ਕਰ ਦਿੰਦੇ ਆ। ਉਹ ਟੀਚਰ ਨੂੰ ਬੱਚੇ ਨੇ ਪੁੱਛਿਆ ਕਿ ਉਹ ਕੋਈ ਦੱਸ ਰਿਹਾ ਵੀ ਫਲਾਂ ਚੀਜ਼ ਦਾ ਇੰਨਾ ਵੇਟ ਹੁੰਦਾ, ਫਲਾਂ ਚੀਜ਼ ਦਾ ਇੰਨਾ ਵੇਟ ਹੁੰਦਾ, ਤੇ ਉਹ ਕਹਿੰਦਾ ਵੀ ਮਾਸਟਰ ਜੀ ਇਹ ਧਰਤੀ ਦਾ ਕਿੰਨਾ ਵਜਨ ਹੈ? ਉਹ ਕਹਿੰਦਾ ਦੈਟਸ ਅ ਗੁੱਡ ਕੁਐਸਚਨ, ਵੈਰੀ ਗੁੱਡ, ਸਾਰੇ ਨੋਟ ਕਰੋ, ਇਟਸ ਅ ਗੁੱਡ ਕੁਐਸਚਨ, ਇਟਸ ਹੋਮਵਰਕ। You guys are going to find out actually how much weight our globe has. So that's your job. ਇਹਨੂੰ ਜਿਹੜਾ ਹੈ ਇਹਨਾਂ ਨੂੰ ਪਤਾ ਕਰੋ, ਠੀਕ ਹੈ ਜੀ। ਉਹ ਇਹ ਗੱਲ ਹੋ ਗਈ ਤੇ ਚਲੇ ਗਏ ਸਾਰੇ। ਹੁਣ ਅੱਜ ਵਰਗਾ ਤੇ ਹਾਲਤ ਨਹੀਂ ਹੋਣੀ ਵੀ ਗੂਗਲ ਕੀਤਾ ਤੇ ਰਾਈਟ ਵੇ ਪਤਾ ਲੱਗ ਗਿਆ ਵੀ ਕਿੰਨਾ ਹੈਗਾ ਹੁਣ ਇਸ ਤਰੀਕੇ ਦੇ ਨਾਲ। ਉਹ ਬੱਚਿਆਂ ਨੇ ਵਿਚਾਰਿਆਂ ਨੇ ਕਿੱਥੋਂ ਪਤਾ ਕਰਨਾ ਸੀਗਾ? ਅਗਲੇ ਦਿਨ ਟੀਚਰ ਆਪਣੇ ਵੇਖਿਆ ਜਦੋਂ ਕਿਤਾਬ ਵਗੈਰਾ 'ਚ ਦੇਖਣਾ ਸੀਗਾ, ਉਹਨੇ ਆ ਕੇ ਜਿਹੜਾ ਉਹਦਾ ਬੋਰਡ ਸੀਗਾ ਉਹਦੇ ਉੱਤੇ ਉਹਨੇ ਨੰਬਰ ਪਾਇਆ, ਇਸ ਤਰੀਕੇ ਨੰਬਰ ਪਾ ਕੇ ਜਿਉਂ ਲੱਗਾ ਜੀਰਵਾਂ ਪਾਉਣ, ਸਾਰੀਆਂ ਪਾ ਕੇ ਇੰਨੇ ਜਿਹੜਾ ਹੈਗਾ ਆ ਉਹਨੇ ਟਨ ਜਾਂ ਲਿਖ ਕੇ ਤੇ ਕਹਿੰਦਾ ਜੀ ਇੰਨਾ ਵਜਨ ਹੈ। ਦੇਖਿਆ, ਪਤਾ ਲੱਗ ਗਿਆ, ਲਿਖ ਲਓ ਸਾਰੇ, ਯਾਦ ਕਰ ਲਓ, ਠੀਕ ਹੈ ਜੀ। ਉਹ ਬੱਚਾ ਵਿਚਾਰਾ ਥੋੜਾ ਹੋਰ ਕਿਊਰੀਅਸ ਹੋ ਗਿਆ। ਉਹ ਕਹਿੰਦਾ ਵੀ ਇਹ ਤੇ ਗੱਲ ਠੀਕ ਹੈ ਵੀ ਇੰਨਾ ਵਜਨ ਹੈ ਧਰਤੀ ਦਾ, ਪਰ ਇਸ ਵਜਨ ਦੇ ਵਿੱਚ ਸਾਡਾ ਵਜਨ ਇਨਕਲੂਡ ਆ ਕਿ ਐਕਸਕਲੂਡ ਆ? ਇਹ ਪਤਾ ਕਿਵੇਂ ਲੱਗੇਗਾ? ਉਹ ਕਹਿੰਦਾ ਦੈਟਸ ਅ ਬੈਡ ਕੁਐਸਚਨ, ਨੈਵਰ ਐਵਰ ਸੇ ਲਾਈਕ ਦਿਸ ਕਾਈਂਡ ਆਫ ਕੁਐਸਚਨ। ਕਿਹੋ ਜਿਹੇ ਪੁੱਠੇ ਸਵਾਲ ਪੁੱਛਦੇ ਨੇ? ਇਹ ਕੋਈ ਸਵਾਲ ਪੁੱਛਣ ਵਾਲਾ ਹੈ? ਹੁਣ ਹਾਲਤ ਕੀ ਹੈ ਜਿਹੜੀ ਮੈਂ ਬੇਨਤੀ ਕਰ ਰਿਹਾ ਇਹਦੇ ਵਿੱਚ, ਜਿਹੜਾ ਬਚਨ ਆ ਰਿਹਾ ਇਹਦੇ ਅੰਦਰ, ਮਹਾਰਾਜ ਜ਼ਿਕਰ ਕਰਦੇ ਕਿ ਸਭ ਕੋ ਤੇਰਾ ਭਗਤ ਕਹਾਏ, ਸਹੀ ਭਗਤ ਤੇਰੇ ਮਨ ਭਾਏ। ਪਰ ਇਹ ਕਿਹਾ ਸਭ ਕੋ ਸੱਚੇ ਹਰ ਜੀਓ ਤੇਰਾ। ਜਿਹੜੀ ਗੱਲ ਹੋਈ ਕਿ ਇਹ ਜਿਹੜੀ ਅਸੀਂ ਧਰਤੀ ਤੇ ਬੈਠੇ ਆ, ਜੇ ਅਸੀਂ ਵਜਨ ਕਰਾਂਗੇ, ਧਰਤੀ ਦੀ ਚਮੜੀ ਆ, ਅਸੀਂ ਸਾਰੇ ਵਿੱਚ ਹੀ ਇਨਕਲੂਡ ਹੋਵਾਂਗੇ, ਐਕਸਕਲੂਡ ਤੇ ਕੁਝ ਵੀ ਨਹੀਂਗਾ। ਜਦੋਂ ਅਸੀਂ ਰੱਬ ਦੇ ਹੁਕਮ ਦੀ ਬਾਤ ਕਰਦੇ ਹਾਂ, ਕੋਈ ਵੀ ਇਹਦੇ ਵਿੱਚ ਐਕਸਕਲੂਡ ਨਹੀਂਗਾ, ਸਾਰੇ ਇਨਕਲੂਡ ਨੇ। ਬਚਨ ਆਇਆ ਸਭ ਕੋ ਸੱਚੇ ਹਰ ਜੀਓ ਤੇਰਾ, ਗੁਰਮੁਖ ਮਿਲਿਆ ਤਾਂ ਚੁੱਕਾ ਫੇਰਾ। ਜਿਹਦਾ ਮੂੰਹ ਗੁਰੂ ਵਾਲੇ ਪਾਸੇ ਹੋ ਗਿਆ, ਉਹਦਾ ਆਉਣ ਜਾਣ ਦਾ ਫੇਰਾ, ਜਿਹਨੂੰ ਅਸੀਂ ਰੀਕਾਰਨੇਸ਼ਨ ਕਹਿ ਲਈਏ, ਜੰਮਣ ਮਰਨ ਕਹਿ ਲਈਏ, ਉਹਨੂੰ ਸੈਲਵੇਸ਼ਨ ਮਿਲ ਗਈ, ਮੁਕਤੀ ਹੋ ਗਈ। ਜਾਂ ਤੁਧ ਭਾਵੈ ਤਾਂ ਨਾਏ ਰਚਾਵੈ, ਤੂੰ ਆਪੇ ਨਾਮ ਜਪਾਵਣਿਆ। ਬਾਕੀ ਜੇ ਤੈਨੂੰ ਪਾ ਜਾਏ ਤੇ ਤੂੰ ਫਿਰ ਉਹਦਾ ਮਨ ਨਾਮ ਦੀ ਰਚਨਾ 'ਚ ਲਗਾ ਦੇਣਾ ਹੈ। ਨਾਮ ਦੀ ਰਚਨਾ 'ਚ ਮਨ ਨੇ ਸੋਚਣਾ ਹੀ ਹੈ। ਇਹ ਵਕਾਰ ਵੀ ਸੋਚ ਸਕਦਾ ਹੈ, ਚਿੰਤਾ ਵੀ ਸੋਚ ਸਕਦਾ ਹੈ, ਬੇਕਾਰ ਵੀ ਸੋਚ ਸਕਦਾ ਹੈ, ਇਹ ਕਰਤਾਰ ਵੀ ਸੋਚ ਸਕਦਾ ਹੈ। ਇਹ ਗੱਲ ਹੈ। ਜਿੱਦ ਤੂੰ ਤਰਸ ਕਰ ਦੇਣਾ ਆ, ਜਾਂ ਤੁਧ ਭਾਵੈ ਤਾਂ ਨਾਏ ਰਚਾਵੈ, ਤੂੰ ਆਪੇ ਨਾਮ ਜਪਾਵਣਿਆ। ਤੇ ਬਾਕੀ ਜਿਹੜਾ ਨਾਮ ਜਪਣਾ ਆ, ਇਹ ਵੀ ਤੇਰਾ ਤਰਸ ਹੈ। ਗੁਰੂ ਅਮਰਦਾਸ ਸਾਹਿਬ ਕਹਿੰਦੇ ਜੇ ਤੂੰ ਉਸ ਘਰ ਵਿੱਚ ਆ ਜਾਏ ਤੇ ਤੂੰ ਇਹ ਬਖਸ਼ਿਸ਼ ਵੀ ਕਰ ਦੇਣਾ ਆ। ਸਾਹਿਬ ਰਹਿਮਤ ਕਰਨ, ਐਸੇ ਆਲਮੀ ਵਾਕਿਆਂ ਚੋਂ ਚੰਗੇਰੀ ਪ੍ਰੇਰਣਾ ਮਿਲੇ। ਇਨੀਆਂ ਕੁ ਬੇਨਤੀਆਂ ਨਾਲ ਖਿਮਾ। ਸਮਾਂ ਸਮਾਪਤ ਹੈ। ਸਭ ਪ੍ਰੇਮ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।